ਦੁਖ ਦਾਰਿਦ੍ਰ ਨਿਵਾਰਨ ਨਿਰਮਲ ਭੇਖ ਅਪਾਰ। ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ। ਭਇਓ ਤਿਹ ਸਮਸਰ ਸੋਈ ਧਰਨ ਗਗਨ ਨਵਖੰਡ ਮਹਿ। ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ। ਗੁਰ ਅਰਜਨ ਪਰਤਖ ਹਰ ਤੂੰ ਸੁਲਤਾਨ ਕਹਾਂ ਹੋ ਮੀਆਂ। ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ। ਜੁਗੋ ਜੁਗ ਅਟਲ ਬਾਣੀ ਕੇ ਬੋਹਿਤ ਕਲਯੁਗ ਦੇ ਤਾਰਨਹਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅਤੇ ਦੀਨ ਦੁਨੀ ਦੇ ਵਾਲੀ ਸਰਬੰਸ ਦਾਨੀ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਾਢਾ ਸਾਹਿਬ ਵਿਖੇ ਬੜੇ ਹੀ ਪਿਆਰ ਸਤਿਕਾਰ ਅਦਬ ਅਤੇ ਪ੍ਰੇਮ ਭਾਵ ਦੇ ਨਾਲ ਨਤਮਸਤਕ ਹੋਣ ਆਈਆਂ ਸਮੂਹ ਸੰਗਤਾਂ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਨਾਲ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਉਪਰੰਤ ਗੁਰੂ ਕਿਆਂ ਪਾਸੋਂ ਬੜੀ ਹੀ ਰਸ ਭਿੰਨੀ ਆਵਾਜ਼ ਦੇ ਅੰਦਰ ਜੋ ਅਮੋਲਕ ਦਾਤ ਸਤਿਗੁਰਾਂ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਵਿਚਾਰਨ ਦੇ ਲਈ ਸਮਝਣ ਦਾ ਯਤਨ ਕਰਨ ਦੇ ਲਈ ਅੱਜ ਸਾਡੇ ਝੋਲੀ ਪਾਈ ਹੈ, ਉਸ ਪਾਵਨ ਸ਼ਬਦ ਨੂੰ ਸਰਵਣ ਕੀਤਾ ਹੈ। ਆਓ ਜਿਤਨੇ ਕੋ ਸਮਤ ਮੇਰੇ ਮਾਲਕ ਬਖਸ਼ਿਸ਼ ਕਰਨ, ਉਸ ਮੁਤਾਬਿਕ ਗੁਰਾਂ ਦੇ ਇਸ ਅਗੰਮੀ ਗਿਆਨ ਨੂੰ ਸਮਝਣ ਦਾ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਸਤਿਗੁਰਾਂ ਦੇ ਕੋਲ ਆਪਣੀ ਹਾਜ਼ਰੀ ਲਵਾਉਂਦੇ ਹਾਂ। ਆਪਣੇ ਮਨ ਨੂੰ ਇਕਾਗਰ ਕਰਨ ਦੇ ਲਈ, ਰਸਨਾ ਪਵਿੱਤਰ ਕਰਨ ਦੇ ਲਈ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨੂੰ ਬੜੇ ਹੀ ਪਿਆਰ ਸਤਿਕਾਰ ਅਦਬ ਸਹਿਤ ਆਪਸ ਵਿੱਚ ਸਾਂਝਾ ਕਰੀਏ। ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਬਚਨ 452 ਅੰਗ ਦੇ ਉੱਤੇ ਆਸਾ ਰਾਗ ਵਿੱਚ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਛੰਤ ਹੈ। ਆਰੰਭਤਾ ਦੇ ਅੰਦਰ ਗੁਰਦੇਵ ਨੇ ਉਸ ਪਰਮਾਤਮਾ ਦਾ ਮੰਗਲ ਕਰਦਿਆਂ ਸਾਨੂੰ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਜਾਂ ਪ੍ਰਾਪਤ ਕਰਨ ਦਾ ਢੰਗ ਤਰੀਕਾ ਜੋ ਗੁਰੂ ਨਾਨਕ ਨੇ ਮੂਲ ਮੰਤਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ, ਪੰਚਮ ਪਾਤਸ਼ਾਹ ਨੇ ਸੰਖੇਪ ਰੂਪ ਦੇ ਵਿੱਚ ਇੱਥੇ ਅੰਕਿਤ ਕੀਤਾ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ
ਇੱਕ ਹੈ, ਅਦੁੱਤੀ ਹੈ। ਉਹ ਘਟ ਘਟ ਦੇ ਅੰਦਰ ਇੱਕ ਰਸ ਵਿਆਪਕ ਹੈ, ਸਦੀਵੀ ਰਹਿਣ ਵਾਲਾ ਸਤ ਹੈ, ਤੇ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਸਦਕਾ ਹੈ। ਰਾਗ ਆਸਾ ਮਹੱਲਾ ਪੰਜਵਾਂ। ਆਸਾ ਰਾਗ ਹੈ। ਗੁਰੂ ਨਾਨਕ ਜੋਤ ਦੇ ਪੰਜਵੇਂ ਸਰੀਰ ਪੰਜਵੀਂ ਕਾਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਛੰਤ ਚਾਰ ਪਦਿਆਂ ਦਾ ਇਹ ਸ਼ਬਦ ਹੈ। ਪਹਿਲੇ ਘਰ ਦੇ ਵਿੱਚ ਗਾਣ ਦੀ ਤਾਕੀਦ ਹੈ। ਪਹਿਲੇ ਪਦੇ ਦੀ ਵਿਚਾਰ ਨਾਲ ਜੁੜੀਏ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦਾ ਜਾਂ ਕਿਸੇ ਗੁਰਮੁਖ ਪਿਆਰੇ ਦਾ ਪਰਮਾਤਮਾ ਦੇ ਨਾਲ ਮਿਲਾਪ ਅਤੇ ਉਸ ਮਿਲਾਪ ਤੋਂ ਬਾਅਦ ਉਤਪੰਨ ਹੋਏ ਆਨੰਦ, ਜੀਵਨ ਵਿੱਚ ਆਏ ਬਦਲਾਵ ਦਾ ਜ਼ਿਕਰ ਕੀਤਾ ਹੈ। ਆਰੰਭਕ ਪੰਕਤੀ ਮੇਰੇ ਮਾਲਕ ਨੇ ਜਿਹੜੀ ਬਖਸ਼ਿਸ਼ ਕੀਤੀ, ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੇਠਾ ਰਾਮ, ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ ਰਾਮ। ਗੁਰਦੇਵ ਜੀ ਫਰਮਾਉਂਦੇ ਨੇ, ਮੇਰੇ ਹਿਰਦੇ ਦੇ ਵਿੱਚ ਘਣਾ ਆਨੰਦ, ਆਨੰਦੋ ਆਨੰਦ ਘਣਾ, ਜਿਹੜਾ ਆਨੰਦਾਂ ਦੇ ਵਿੱਚੋਂ ਵੀ ਸ੍ਰੇਸ਼ਟ ਆਨੰਦ ਹੈ, ਬਹੁਤ ਵੱਡਾ ਆਨੰਦ ਹੈ, ਉਹ ਪੈਦਾ ਹੋ ਗਿਆ। ਤੇ ਉਹਦਾ ਕਾਰਨ ਕੀ ਹੈ, ਸੋਮਾ ਕੀ ਹੈ ਉਸ ਆਨੰਦ ਦਾ? ਗੁਰਦੇਵ ਫਰਮਾਉਂਦੇ, ਸੋ ਪ੍ਰਭ ਡੀਠਾ ਰਾਮ, ਪ੍ਰਭੂ ਦੇ ਦਰਸ਼ਨ ਹੋ ਗਏ, ਇਸ ਕਰਕੇ ਘਣਾ ਆਨੰਦ ਪ੍ਰਾਪਤ ਹੋ ਗਿਆ। ਮਿਲਾਪ ਜਾਂ ਦਰਸ਼ਨਾਂ ਤੋਂ ਆਨੰਦ ਦੀ ਪ੍ਰਾਪਤੀ ਹੈ, ਪਰ ਮਿਲਾਪ ਜਾਂ ਦਰਸ਼ਨ ਕਿਵੇਂ ਨੇ, ਇਹਦਾ ਵੀ ਜ਼ਿਕਰ ਗੁਰਦੇਵ ਜੀ ਨੇ ਇਸੇ ਛੰਤ ਦੇ ਅੰਦਰ ਕੀਤਾ ਹੈ। ਗੁਰਮੁਖ ਪਿਆਰਿਆਂ ਨੇ ਇੱਕ ਗੱਲ ਸਮਝਾਈ ਹੈ ਕਿ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਰਹਾਉ ਦੇ ਬੰਦ ਨੂੰ ਆਧਾਰ ਬਣਾਉਂਦੇ ਹਾਂ। ਪੌੜੀ ਜਦੋਂ ਵਾਰ ਦੀ ਵਿਚਾਰ ਹੁੰਦੀ ਹੈ ਤੇ ਪੌੜੀ ਦੀ ਅਖੀਰਲੀ ਪੰਕਤੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਉਸੇ ਤਰ੍ਹਾਂ ਜਦੋਂ ਛੰਤ ਹੁੰਦਾ ਹੈ ਵਿਚਾਰ ਅਧੀਨ, ਤੇ ਛੰਤ ਦੀ ਜਿਹੜੀ ਅਖੀਰਲੀ ਪੰਕਤੀ ਹੈ, ਸਤਿਗੁਰੂ ਜੀ ਉਹਦੇ ਅੰਦਰ ਉਸ ਛੰਤ ਦੇ ਭੇਦ ਨੂੰ ਲੁਕਾ ਕੇ ਰੱਖਦੇ ਨੇ। ਉਸ ਪੰਕਤੀ ਨੂੰ ਆਧਾਰ ਬਣਾ ਕਰਕੇ ਵੀ ਛੰਤ ਦੀ ਸਮੁੱਚੀ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ। ਗੁਰਦੇਵ ਜੀ ਨੇ ਜਿਹੜੀ ਕਿਰਪਾ ਕੀਤੀ, ਆਖਣ ਲੱਗੇ, ਦੇਖੋ ਆਨੰਦ ਪੈਦਾ ਹੋਇਆ ਪਰਮਾਤਮਾ ਦੇ ਮਿਲਾਪ ਦਰਸ਼ਨ ਕੀਤਿਆਂ, ਪਰ ਦਰਸ਼ਨ ਜਾਂ ਮਿਲਾਪ ਕਿਵੇਂ ਹੈ? ਗੁਰਦੇਵ ਫਰਮਾਉਂਦੇ, ਉਹ ਉਦੋਂ ਹੈ ਜਦੋਂ ਮਨ ਪਰਮਾਤਮਾ ਵਿੱਚ ਮੰਨ ਜਾਏਗਾ, ਪਰਮਾਤਮਾ ਵਿੱਚ ਮਨ ਮੰਨ ਜਾਏਗਾ। ਗੁਰਦੇਵ ਫਰਮਾਉਂਦੇ ਨੇ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਜਦੋਂ ਕਿਸੇ ਮਨੁੱਖ ਦਾ, ਜੀਵ ਦਾ ਮਨ ਪਰਮਾਤਮਾ ਦੇ ਵਿੱਚ ਪਰਚ ਜਾਂਦਾ ਹੈ, ਲੱਗ ਜਾਂਦਾ ਹੈ, ਫਿਰ ਉਹਨੂੰ ਪਰਮਾਤਮਾ ਸਾਰੇ ਪਾਸੇ ਨਜ਼ਰ ਆਉਂਦਾ ਹੈ। ਜਦੋਂ ਤੱਕ ਮਨ ਪਰਮਾਤਮਾ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈ, ਉਦੋਂ ਤੱਕ ਮਨੁੱਖ ਜਿਤਨੇ ਮਰਜ਼ੀ ਯਤਨ ਕਰੀ ਜਾਏ, ਉਹ ਪਰਮਾਤਮਾ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਭਗਤ ਧੰਨਾ ਜੀ ਦਾ। ਉਹਦੇ ਅੰਦਰ ਬੜੀ ਪਿਆਰੀ ਰਮਜ, ਬੜੀ ਪਿਆਰੀ ਗੱਲ ਉਹਨਾਂ ਨੇ ਸਮਝਾਈ ਹੈ। ਉਹ ਕਹਿਣ ਲੱਗੇ, ਗੁਰਦੇਵ ਜੀ, ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਜਾਵੈ। ਭਗਤ ਧੰਨਾ ਜੀ ਕਹਿਣ ਲੱਗੇ, ਗਊਆਂ ਚਰਾਉਣ ਜਾਂਦੇ ਨੇ। ਰਸਤੇ ਦੇ ਵਿੱਚ ਇੱਕ ਠਾਕੁਰ ਦਵਾਰ ਹੈ। ਕੀ ਦੇਖਦੇ ਨੇ? ਬ੍ਰਾਹਮਣ ਉੱਥੇ ਹਰ ਰੋਜ਼ ਪੂਜਾ ਕਰਦਾ ਹੈ, ਕਿਸੇ ਦੀ ਟੱਲ ਖੜਕਾਉਂਦਾ, ਆਰਤੀ ਕਰਦਾ, ਭੋਜਨ ਪਦਾਰਥ ਰੱਖਦਾ ਹੈ ਅੱਗੇ। ਧੰਨੈ ਡਿੱਠਾ ਚਲਤ ਇਹ,
ਬਾਹਮਣ ਪੁੱਛੈ, ਤੇ ਬਾਹਮਣ ਨੂੰ ਪੁੱਛਿਆ ਤੇ ਉਸ ਨੇ ਭਗਤ ਧੰਨਾ ਜੀ ਨੂੰ ਜਾਂ ਧੰਨੇ ਨੂੰ ਆਖ ਸੁਣਾਵੇ। ਉਹਨੇ ਆਖ ਕੇ ਫਿਰ ਗੱਲ ਦੱਸੀਏ ਕਿ ਮੈਂ ਕਰਦਾ ਕੀ ਹਾਂ ਤੇ ਕੀ ਕਰਦਾ ਹੈ। ਉਹ ਕਹਿਣ ਲੱਗਾ, ਠਾਕੁਰ ਪੂਜੈ, ਮੈਂ ਠਾਕੁਰ ਦੀ ਪੂਜਾ ਕਰਦਾ ਹਾਂ, ਜੋ ਇੱਛਾ ਸੋਈ ਫਲ ਪਾਵੇ। ਕਹਿਣ ਲੱਗੇ, ਠਾਕੁਰ ਦੀ ਪੂਜਾ ਕੀਤਿਆਂ ਮਿਲਦਾ ਕੀ ਹੈ? ਕਹਿੰਦੇ, ਜੋ ਕੁਝ ਚਾਹੋ। ਪੰਡਿਤ ਜੀ, ਬਾਹਮਣ ਜੀ ਧੰਨਾ ਜੀ ਨੂੰ ਕਹਿੰਦੇ ਨੇ, ਕਹਿਣ ਲੱਗੇ, ਜੋ ਤੁਸੀਂ ਇੱਛਾ ਰੱਖਦੇ ਹੋ ਉਹ ਪ੍ਰਾਪਤ ਹੋ ਜਾਂਦਾ ਹੈ। ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਇੱਕ, ਜੇ ਤੁਧ ਭਾਵੈ। ਇਹ ਤੇ ਬੜੇ ਕੰਮ ਦੀ ਚੀਜ਼ ਹੈ। ਜੇਕਰ ਸਾਰੇ ਕਾਰਜ ਰਾਸ ਹੁੰਦੇ ਨੇ, ਇੱਕ ਮੈਨੂੰ ਵੀ ਦੇ ਦੇ ਇਹ ਠਾਕੁਰ, ਕਿਉਂਕਿ ਮੇਰੇ ਬੜੇ ਕੰਮ ਨੇ। ਕਹਿਣ ਲੱਗੇ, ਹੁਣ ਪੰਡਿਤ ਬ੍ਰਾਹਮਣ ਲਾਲਚ ਵਿੱਚ ਆਇਆ ਹੋਇਆ, ਕਹਿੰਦਾ ਠਾਕੁਰ ਤੇ ਮਿਲ ਜਾਏਗਾ, ਪਰ ਗਊ ਚਾਹੀਦੀ ਹੈ ਬਦਲੇ ਦੇ ਵਿੱਚ। ਧੰਨੇ ਨੇ ਉਹ ਵੀ ਪ੍ਰਵਾਨ ਕਰ ਲਿਆ, ਕੋਈ ਗੱਲ ਨਹੀਂ, ਗਊ ਲੈ ਲੈ, ਪਰ ਠਾਕੁਰ ਦੇ ਦੇ, ਇਹਦਾ ਕੰਮ ਮੈਨੂੰ ਜ਼ਿਆਦਾ ਜ਼ਰੂਰੀ ਹੈ। ਕਹਿਣ ਲੱਗੇ, ਬ੍ਰਾਹਮਣ ਨੇ ਫਿਰ ਭਗਤ ਧੰਨਾ ਜੀ ਤੋਂ ਆਪਣਾ ਪੱਲਾ ਛਡਾਉਣ ਦੇ ਲਈ ਕੀਤਾ ਕਿ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਕਹਿਣ ਲੱਗੇ, ਇਹ ਸਿਧਰਾ ਜਿਹਾ ਬੰਦਾ ਹੈ, ਇਹਨੂੰ ਕੀ ਪਤਾ ਧਰਮ ਦੀ ਮਰਿਆਦਾ ਕੀ ਹੈ, ਠਾਕੁਰ ਨੂੰ ਕਿਵੇਂ ਪੂਜਣਾ। ਇੱਕ ਪੱਥਰ ਚੁੱਕਿਆ, ਕੱਪੜੇ ਵਿੱਚ ਲਪੇਟਿਆ ਤੇ ਭਗਤ ਧੰਨਾ ਜੀ ਨੂੰ ਦੇ ਕਰਕੇ ਕਹਿੰਦੇ ਖਹਿੜਾ ਛੁਡਾ ਲਿਆ। ਹੁਣ ਜਿਵੇਂ ਜਿਵੇਂ ਬ੍ਰਾਹਮਣ ਨੇ ਕੀਤਾ ਜਾਂ ਵੇਖਿਆ, ਕਹਿੰਦੇ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਭਾਈ ਉਹ ਭਗਤ ਧੰਨਾ ਜੀ ਉਸੇ ਤਰ੍ਹਾਂ ਉਹ ਪੱਥਰ ਨੂੰ ਲੈ ਕੇ ਘਰ ਚਲੇ ਗਏ। ਠਾਕੁਰ ਨੂੰ ਨਵਾਲ ਕੈ ਛਾ ਰੋਟੀ ਲੈ ਭੋਗ ਚੜਾਵੇ। ਕਹਿਣ ਲੱਗੇ, ਉਹਨੇ ਵੀ ਉਸੇ ਤਰ੍ਹਾਂ ਪੱਥਰ ਨੂੰ ਠਾਕੁਰ ਸਮਝ ਕੇ ਉਹਨੂੰ ਨਵਾਇਆ, ਉਹਨੂੰ ਧੋਤਾ, ਉਹਨੂੰ ਟਿਕਾ ਕੇ ਫਿਰ ਰੋਟੀ ਅਤੇ ਲੱਸੀ ਇਤਿਆਦਿਕ ਦਾ ਭੋਗ ਅੱਗੇ ਰੱਖ ਦਿੱਤਾ, ਕਿਉਂਕਿ ਉਹੀ ਹੈ। ਤੇ ਉਸ ਤੋਂ ਅੱਗੇ ਕਹਿਣ ਲੱਗੇ, ਹੱਥ ਜੋੜ ਮਿੰਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ। ਹੁਣ ਬ੍ਰਾਹਮਣ ਨੇ ਕਿਹਾ ਸੀ ਕਿ ਠਾਕੁਰ ਹੈ, ਇਹ ਭੋਜਨ ਛਕਦਾ, ਇਹ ਪ੍ਰਸਾਦ ਲੈਂਦਾ, ਗ੍ਰਹਿਣ ਕਰਦਾ। ਹੁਣ ਭਗਤ ਧੰਨਾ ਜੀ ਜਾਂ ਧੰਨਾ ਜੀ ਕਹਿਣ ਲੱਗੇ, ਅੱਗੇ ਭੋਜਨ ਰੱਖਿਆ ਹੋਇਆ, ਉਡੀਕ ਕਰਦੇ ਨੇ ਕਿ ਕਦੋਂ ਠਾਕੁਰ ਖਾਏਗਾ, ਪਰ ਠਾਕੁਰ ਖਾਵੇ ਕਿੱਥੇ, ਪੱਥਰ ਹੈ। ਕਹਿਣ ਲੱਗੇ, ਹੁਣ ਮਿੰਨਤਾਂ ਕਰਦਾ ਕਿ ਖਾ, ਪਰ ਕੋਈ ਖਾਣ ਵਾਲਾ ਨਹੀਂ। ਅਖੀਰ ਆਖਣ ਲੱਗੇ, ਧੰਨਾ ਜੀ ਨੇ ਫਿਰ ਆਪਣੇ ਮਨ ਦੀ ਗੱਲ ਸਪਸ਼ਟ ਕਹਿ ਦਿੱਤੀ। ਕਹਿਣ ਲੱਗੇ, ਹਉ ਪੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਹਾਵੈ। ਜੇ ਤੂੰ ਹੀ ਮੇਰੇ ਤੋਂ ਨਾਰਾਜ਼ ਹੈ, ਫਿਰ ਮੈਨੂੰ ਰੋਟੀ ਕਿੱਥੋਂ ਚੰਗੀ ਲੱਗਣੀ ਹੈ, ਮੈਂ ਵੀ ਨਹੀਂ ਜੇ ਖਾਂਦਾ। ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਕਹਿਣ ਲੱਗੇ, ਉਸ ਧੰਨੇ ਦੀ ਉਸ ਭਾਵਨਾ ਨੇ ਉਸ ਪਰਮਾਤਮਾ ਨੂੰ ਬੇਬਸ ਕਰ ਦਿੱਤਾ। ਕਾਹਦੇ ਲਈ? ਆਖਣ ਲੱਗੇ, ਗੋਸਾਈ ਪ੍ਰਤੱਖ ਹੋਏ, ਖਾਏ ਰੋਟੀ ਛਾ ਮੂੰਹ ਲਾਵੇ, ਭੋਲਾ ਭਾਉ ਗੋਬਿੰਦ ਮਿਲਾਵੇ। ਤੇ ਭਾਈ ਗੁਰਦਾਸ ਜੀ ਫਰਮਾਉਂਦੇ, ਇਹ ਜਿਹੜਾ ਪ੍ਰੇਮ ਭਾਵ ਹੈ, ਇਹ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਰਮਜ ਵਿੱਚ ਕੀ ਹੈ? ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਬਾਹਮਣ ਨੇ ਪੱਥਰ ਨੂੰ ਪੂਜਿਆ, ਠਾਕੁਰ ਨੂੰ ਪੂਜਿਆ ਪੱਥਰ ਸਮਝ ਕੇ। ਉਹ ਕਹਿਣ ਨੂੰ ਤੇ ਠਾਕੁਰ ਦੀ ਪੂਜਾ ਕਰ ਰਿਹਾ ਹੈ, ਪਰ ਉਹ ਸਮਝਦਾ ਹੈ, ਉਹ ਮੰਨਦਾ ਹੈ ਕਿ ਇਹ ਪੱਥਰ ਹੈ। ਉਹਨੂੰ ਪਤਾ ਹੈ ਇਹਨੇ ਭੋਜਨ ਨਹੀਂ ਖਾਣਾ, ਉਹਨੂੰ ਪਤਾ ਹੈ ਇਹਨੇ ਨਹੀਂ ਸੁਣਨਾ, ਉਹਨੂੰ ਪਤਾ ਹੈ ਇਹਨੇ ਮੇਰੇ ਕਾਰਜ ਨਹੀਂ ਸੰਵਾਰਨੇ। ਪਰ ਉਹ ਲੋਕ ਦਿਖਾਵੇ ਦੇ ਲਈ ਪੂਜਾ ਵੀ ਕਰਦਾ, ਲੋਕ ਦਿਖਾਵੇ ਦੇ ਲਈ ਚੜਾਵੇ ਵੀ ਚੜਾਉਂਦਾ। ਪਰ ਕਹਿਣ ਲੱਗੇ, ਧੰਨੇ ਨੇ ਇਹ ਗੱਲ ਮੰਨ ਲਈ ਕਿ ਇਹ ਖਾਂਦਾ ਹੈ, ਧੰਨੇ ਨੇ ਇਹ ਗੱਲ ਮੰਨ ਲਈ ਇਹ ਸੁਣਦਾ ਹੈ, ਧੰਨੇ ਨੇ ਇਹ ਗੱਲ ਮੰਨ ਲਈ ਇਹ ਕਾਰਜ ਸੰਵਾਰਦਾ ਹੈ। ਉਹਨੇ ਠਾਕੁਰ ਨੂੰ ਪੱਥਰ ਸਮਝ ਕੇ ਪੂਜਿਆ, ਪਰ ਧੰਨੇ ਨੇ ਕਹਿਣ ਲੱਗੇ, ਪੱਥਰ ਨੂੰ ਪਰਮਾਤਮਾ ਸਮਝ ਕੇ ਉਹਦੇ ਅੱਗੇ ਆਰਾਧਨਾ ਕੀਤੀ। ਪਰਮਾਤਮਾ ਪੱਥਰ ਦੇ ਵਿੱਚੋਂ ਪ੍ਰਗਟ ਨਹੀਂ ਹੋਇਆ, ਪਰ ਜਿਹੜੀ ਭਾਵਨਾ ਭਗਤ ਧੰਨੇ ਦੇ ਮਨ ਦੇ ਅੰਦਰ ਆ ਗਈ ਕਿ ਪਰਮਾਤਮਾ ਸੁਣਦਾ ਹੈ, ਪਰਮਾਤਮਾ ਖਾਂਦਾ ਹੈ, ਪਰਮਾਤਮਾ ਬੋਲਦਾ ਹੈ, ਪਰਮਾਤਮਾ ਕਾਰਜ ਸੰਵਾਰਦਾ ਹੈ, ਉਸ ਮੰਨੇ ਹੋਏ ਮਨ ਨੇ ਪਰਮਾਤਮਾ ਨੂੰ ਬੇਬਸ ਕਰ ਦਿੱਤਾ ਧੰਨਾ ਜੀ ਦੇ ਸਾਹਮਣੇ ਆਉਣ ਦੇ ਲਈ। ਗੁਰਦੇਵ ਜੀ ਫਰਮਾਉਂਦੇ, ਗੱਲ ਸਾਰੀ ਮਨ ਦੀ ਹੈ। ਜਦੋਂ ਮਨ ਪਰਮਾਤਮਾ ਨੂੰ ਮੰਨ ਜਾਏ ਨਾ,
ਅਤੇ ਪਰਮਾਤਮਾ ਨੂੰ ਫਿਰ ਬੇਬਸ ਹੋ ਕਰਕੇ ਸਾਹਮਣੇ ਪ੍ਰਗਟ ਹੋਣਾ ਪੈਂਦਾ ਹੈ, ਦਰਸ਼ਨ ਦੇਣੇ ਪੈਂਦੇ ਨੇ। ਇਸੇ ਕਰਕੇ ਭਗਤ ਕਬੀਰ ਜੀ ਨੇ ਤੇ ਬਚਨ ਕੀਤਾ ਹੈ ਨਾ, ਆਖਣ ਲੱਗੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਹੋ, ਵਿਚਾਰਦੇ ਹੋ, ਸੁਣਦੇ ਹੋ, ਬੜੀ ਚੰਗੀ ਗੱਲ ਹੈ, ਪਰ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪਰ ਜੇਕਰ ਇਹਨਾਂ ਦੇ ਪਠਨ ਦੇ ਵਿੱਚੋਂ, ਇਹਨਾਂ ਦੇ ਸ਼ਰਵਣ ਕਰਨ ਦੇ ਵਿੱਚੋਂ ਇਹਦਾ ਜਿਹੜਾ ਫਲ ਮਿਲਣਾ ਚਾਹੀਦਾ ਹੈ, ਪਰਮਾਤਮਾ ਦੀ ਪ੍ਰਾਪਤੀ, ਜੇਕਰ ਉਹ ਨਹੀਂ ਹੋ ਰਹੀ ਤੇ ਫਿਰ ਇਹਨਾਂ ਦਾ ਮਤਲਬ ਕੀ ਰਹਿ ਗਿਆ ਪੜ੍ਹਨ ਸੁਣਨ ਦਾ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰਾ। ਕਹਿਣ ਲੱਗੇ ਧਾਰਮਿਕ ਗ੍ਰੰਥਾਂ ਦਾ ਪਠਨ ਇਸ ਕਰਕੇ ਕਰਨਾ ਹੈ ਕਿਉਂਕਿ ਉਪਦੇਸ਼ ਕਰਦੇ ਨੇ ਧਾਰਮਿਕ ਗ੍ਰੰਥ ਕੇ ਪਰਮਾਤਮਾ ਦਾ ਨਾਮ ਜਪੋ, ਪ੍ਰੇਰਿਤ ਕਰਦੇ ਨੇ, ਮਨ ਅੰਦਰ ਤਾਂਘ ਪੈਦਾ ਕਰਦੇ ਨੇ, ਮਨੁੱਖ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਨੂੰ ਤੁਰੇ। ਜਿਹੜਾ ਬਚਨ ਪੰਚਮ ਪਾਤਸ਼ਾਹ ਨੇ ਕੀਤਾ ਨਾ ਕਿ ਹਰ ਕੋ ਨਾਮ ਜਪ ਨਿਰਮਲ ਕਰਮ, ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ। ਉਹ ਨਿਰਮਲ ਕਰਮ ਕਿਹੜੇ ਨੇ ਤੇ ਪਰਮਾਤਮਾ ਦਾ ਨਾਮ ਕਿਵੇਂ ਜਪਣਾ, ਇਹ ਧਾਰਮਿਕ ਗ੍ਰੰਥ ਦੱਸਦੇ ਨੇ। ਪਾਠ ਪਠਨ ਕਰਨਾ, ਧਾਰਮਿਕ ਗ੍ਰੰਥਾਂ ਨੂੰ ਸ਼ਰਵਣ ਕਰਨਾ ਮਕਸਦ ਹੈ ਕਿ ਮਨ ਦੇ ਵਿੱਚੋਂ ਵਿਕਾਰ ਦੂਰ ਹੋ ਕੇ ਨਿਰਮਲ ਕਰਮ ਬਣ ਜਾਣ ਤੇ ਮਨੁੱਖ ਪਰਮਾਤਮਾ ਦੇ ਨਾਮ ਵਾਲੇ ਪਾਸੇ ਨੂੰ ਤੁਰੇ। ਪਰ ਜੇਕਰ ਧਾਰਮਿਕ ਗ੍ਰੰਥਾਂ ਦਾ ਪਠਨ ਕਰਤਿਆਂ, ਸ਼ਰਵਣ ਕੀਤਿਆਂ ਵੀ ਪਰਮਾਤਮਾ ਦੇ ਸਿਮਰਨ ਵਾਲੇ ਪਾਸੇ ਨੂੰ ਮਨੁੱਖ ਨਹੀਂ ਤੁਰਿਆ ਤੇ ਗੁਰਦੇਵ ਜੀ ਫਰਮਾਉਂਦੇ ਨੇ ਫਿਰ ਵਿਅਰਥ ਜਾ ਰਿਹਾ ਹੈ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰਾ। ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ। ਹਨੇਰੇ ਦੇ ਵਿੱਚ ਦੀਪਕ ਬੜਾ ਜ਼ਰੂਰੀ ਹੈ ਪ੍ਰਕਾਸ਼ ਦੇ ਲਈ। ਤੇ ਪ੍ਰਕਾਸ਼ ਕਾਹਦੇ ਲਈ ਕਰਨਾ ਹੈ? ਕਿਉਂਕਿ ਉਸ ਹਨੇਰੇ ਦੇ ਅੰਦਰ ਇੱਕ ਵਸਤ ਗਵਾਚੀ ਹੋਈ ਹੈ ਜਿਹੜੀ ਪ੍ਰਾਪਤ ਕਰਨੀ ਹੈ। ਇਸ ਹਿਰਦੇ ਘਰ ਦੇ ਅੰਦਰ ਹਨੇਰਾ ਹੈ ਅਗਿਆਨਤਾ ਦਾ, ਇਹਦੇ ਪ੍ਰਕਾਸ਼ ਦੇ ਲਈ ਗਿਆਨ ਦਾ, ਗੁਰੂ ਦੇ ਸ਼ਬਦ ਦਾ ਦੀਵਾ ਬਾਲਣਾ ਹੈ। ਤੇ ਗੁਰੂ ਦੇ ਸ਼ਬਦ ਦਾ ਦੀਵਾ ਬਾਲਣ ਦਾ ਮਕਸਦ ਕੀ ਹੈ ਕਿ ਅੰਦਰੋਂ ਪਰਮਾਤਮਾ ਜਿਹੜੀ ਗਵਾਚੀ ਹੋਈ ਵਸਤ ਹੈ, ਅਗੋਚਰ ਵਸਤ ਹੈ, ਉਹ ਪ੍ਰਾਪਤ ਹੋ ਜਾਏ। ਤੇ ਭਗਤ ਜੀ ਫਰਮਾਉਂਦੇ ਨੇ ਵਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਤੇ ਜਦੋਂ ਉਹ ਅਗੋਚਰ ਵਸਤੂ ਮਿਲ ਗਈ ਨਾ, ਫਿਰ ਅੰਦਰ ਐਸਾ ਦੀਵਾ ਜਲਦਾ ਗਿਆਨ ਦਾ ਜਿਹੜਾ ਕਦੇ ਦੁਬਾਰਾ ਬੁਝਦਾ ਨਹੀਂ, ਫਿਰ ਉਹ ਕਦੇ ਬੁਝਦਾ ਨਹੀਂ। ਕਿਵੇਂ ਕਰਨਾ? ਪਰ ਸੱਚੀ ਗੱਲ ਇਹ ਹੈ ਜਿਸ ਦੇ ਅੰਦਰ ਗਿਆਨ ਦਾ ਦੀਵਾ ਬਲ ਜਾਂਦਾ ਹੈ ਨਾ, ਉਹ ਬਾਹਰੀ ਗਿਆਨ ਦਾ ਵੀ ਬਹੁਤਾ ਮੁਹਤਾਜ ਨਹੀਂ ਜੇ ਰਹਿ ਜਾਂਦਾ, ਨਹੀਂ ਰਹਿੰਦਾ ਬਹੁਤਾ ਮੁਹਤਾਜ। ਭਗਤ ਕਬੀਰ ਜੀ ਫਰਮਾਉਂਦੇ ਸਾਚੇ ਸਾਹਿਬ ਸਿਉ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਗੁਰਦੇਵ ਫਰਮਾਉਂਦੇ ਜਦੋਂ ਪਰਮਾਤਮਾ ਦੇ ਨਾਲ ਮਨ ਮੰਨ ਜਾਂਦਾ ਹੈ ਨਾ, ਫਿਰ ਲੋਕ ਨਹੀਂ ਜੇ ਖੁਸ਼ ਹੁੰਦੇ। ਉਹਦਾ ਕਾਰਨ ਕੀ ਹੈ? ਕਿਉਂਕਿ ਲੋਕਾਂ ਰੀਤ ਟੁੱਟ ਜਾਂਦੀ ਹੈ। ਉਹ ਲੋਕਾਂ ਵਾਲੇ ਕਰਮ ਕਾਂਡਾਂ ਤੋਂ, ਭਰਮਾਂ ਤੋਂ ਨਿਰਲੇਪ ਹੋ ਜਾਂਦਾ ਹੈ, ਜਿਸ ਦਾ ਮਨ ਪਰਮਾਤਮਾ ਦੇ ਵਿੱਚ ਮੰਨ ਜਾਂਦਾ ਹੈ। ਭਾਈ ਗੜੀਆ ਬੜੇ ਹੀ ਪਿਆਰੇ ਸਿੱਖ, ਗੁਰੂ ਘਰ ਦੇ ਅਨੰਨ ਸਿੱਖ ਸੇਵਕ ਹੋਏ। ਪੰਚਮ ਪਾਤਸ਼ਾਹ ਜੀ ਦੇ, 6ਵੇਂ ਪਾਤਸ਼ਾਹ ਜੀ ਦੇ ਸਤਿਗੁਰਾਂ ਨੇ ਪ੍ਰਚਾਰ ਦੇ ਲਈ ਇਹਨਾਂ ਨੂੰ ਭੇਜਿਆ ਤੇ ਰਸਤੇ ਦੇ ਵਿੱਚ ਪੜਾਅ ਕੀਤਾ ਗੁਜਰਾਤ ਨਗਰ ਜਿਹੜਾ ਪਾਕਿਸਤਾਨ ਦੇ ਅੰਦਰ ਹੈ। ਉੱਥੇ ਇੱਕ ਰੱਬ ਦਾ ਪਿਆਰਾ ਸਾਈਂ ਦੌਲੇ ਸ਼ਾਹ ਫਕੀਰ ਹੈ, ਢੰਡਾਊ ਹੈ ਪਰਮਾਤਮਾ ਦਾ, ਸੰਤ ਜਨਾਂ ਦਾ। ਪਤਾ ਲੱਗਾ ਭਾਈ ਗੜੀਆ ਜੀ ਦਾ, ਬੜੇ ਪਿਆਰ ਦੇ ਨਾਲ ਮਿਲਣ ਆਇਆ, ਨਮਸਕਾਰ ਕੀਤੀ ਤੇ ਬੇਨਤੀ ਕਰਦੇ ਨੇ। ਆਖਣ ਲੱਗੇ ਗੁਰਮੁਖੋ, ਮੈਂ ਸੁਣਿਆ ਪੰਚਮ ਪਾਤਸ਼ਾਹ ਨੇ ਇੱਕ ਬੜੀ ਹੀ ਅਮੋਲਕ ਤੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਜਿਹਨੂੰ ਸੁਖਮਨੀ ਸਾਹਿਬ ਕਿਹਾ ਜਾਂਦਾ ਹੈ, ਸੁਖਾਂ ਦੀ ਮਣੀ। ਤੁਸੀਂ ਕਿਰਪਾ ਕਰਦੇ ਹੋ, ਮੈਨੂੰ ਉਹ ਬਾਣੀ ਸੁਣਾ ਦਿਓ। ਭਾਈ ਗੜੀਆ ਜੀ ਕਹਿਣ ਲੱਗੇ ਜੀ ਮੁਬਾਰਕ, ਆਪ ਸਜੋ, ਬਾਣੀ ਸੁਣਾਵਾਂਗਾ। ਉਹਨਾਂ ਨੇ ਸ਼ੁਰੂ ਕੀਤੀ ਬਾਣੀ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਸਿਮਰੋਂ ਜਾਸ ਬਿਸ਼ੰਬਰ ਏਕੈ, ਨਾਮ ਜਪਤ ਅਗਨਤ ਅਨੇਕੈ।
वेद पुराण सिमरत सुधाखर कीने राम नाम एक आखर किनका एक जिस जी बसावै ताकि महिमा गनी न आवै कांखी एक दर्श तुहारो नानक उन संग मोहे उधारो ते अगले उन्हां बचन कीते सुखमनी सुख अमृत प्रभ नाम भगत जना कै मन विश्राम रहाओ। ते साईं दोले सा आखन लगे गुरमुखो बस रुक जाओ। ते गढ़िया जी आखन लगे की गल साईं जी, कि मेरे उच्चारण दे विच रस नहीं, कि बाणी दा उच्चारण समझ नहीं आया जां बाणी दा अर्थ नहीं समझ आया, की गल होई? कहन लगे नहीं बस। ते कारण की? कहन लगे जो कुछ मैं लभदा सां मैनू मिल गया, जो लभदा सां मैनू मिल गया। की मिल गया? आखन लगे मैं लभदा सां सुख, ते सुखां दी मणी परमात्मा दा नाम है, ये मैनू भी पता है, सुनिया संतां कोलों, पर उसदा टिकाणा कित्थे है ये नहीं सी पता। ते अज पंचम पातशाह ने मैनू समझा दिता, कह दिता कि सुखमनी सुख अमृत प्रभ नाम भगत जना कै मन विश्राम। उस परमात्मा दे नाम दी दात भगत जना दे कोल है। उन्हां भगत जना उन्हां संत जना दे कोलों परमात्मा दे नाम दी दात मिलनी है। इस करके संत जना दी भगत जना दी सेवा विच लगना बड़ा जरूरी है। मैं जो लभदा सां मैनू मिल गया। हुण उस दो पंक्तियां दे विचों साईं दोले शाह फकीर नूं लभ गया। पर बहुतात लोग ने ਜਿਹੜੇ सारी जिंदगी बाणी पढ़ रहे ने, सुखमनी साहिब का पाठ कर रहे ने, पर ਜਿਹੜੀ गल साईं दोले सानू लभ गई वो सानू नहीं लभी। क्यों? क्योंकि मन मन्निया नहीं। जिस दा मन मन गया ना उस नू परमात्मा दे दर्शन होमदे ने, ਉਹਨੂੰ परमात्मा आकर के दर्शन दिदारे दिंदा है। ते जदों परमात्मा दा मिलाप हुंदा है ते गुरदेव जी फिर बचन करते ने, आनंदो आनंद कणा मैं सो प्रभ डीठा राम, चाख्यड़ा चाख्यड़ा मैं हर रस मीठा राम। कहन लगे ये आनंद श्रेष्ठ है, आनंदां दे विचों आनंद है। धन गुरु अमरदास महाराज जी दे बचन रोज़ ही सरवण करते हैं। आनंद आनंद सब को कहे आनंद गुरु ते जाणिया। कहण नूं ते बड़ा सौखा जिहा शब्द है आनंद, पर जिहड़ा आनंद गुरु कह रहे ने ना, जिसका जिक्र किया, आनंदां दे विचों भी आनंद घना है। हुण बाहरी तौर ते पदार्थां दा भी आनंद है। बाहरी तौर दे उत्ते साडी जिंदगी दे विच जो असीं प्राप्त कर लैंदे हां, मरातबे रुतबे, इन्हां दा भी आनंद है। धर्म कर्म दा अपना एक आनंद है, बाणी पढ़न दा अपना एक आनंद है। पर जिहड़े आनंद दा जिक्र गुरदेव करदे पए ने ना, वो आनंद नहीं है संसारिक पदार्थां दे विच। वो आनंद नहीं है संसार दे रुतबे, संसार दे ओहदियां दे विच। वो आनंद नहीं है संसार दे कर्म कांडां दे अंदर। ते मैनू खिमा कर देना, पर सच्ची गल जे वो आनंद नहीं है धार्मिक ग्रंथां दा पठन करन दे विच वी। क्यों ये बेनती कीती? हालांकि 7वें पातशाह ने उदाहरण दे के समझाया सी सिखां नूं। कहन लगे सिख पुछदे ने, सतगुरु जी बाणी दे अर्थ भाव समझ नहीं आ रहे, अंदर नहीं वस रही, कि इहदा कोई महत्व नहीं? गुरदेव ने दृष्टांत दे के समझाया सी। कहन लगे वो ठीकरा देखो चमक रहा है। क्यों चमक रहा है? कहन लगे जी इहदे विच किते दुध दही घ्यो इत्यादिक पिया होवेगा, इस करके ये चमक रहा है। गुरदेव ने समझाया ने खाधा तो नहीं, पर उस घ्यो ने, उस थंधियाई ने इहदे अंदर चमक पैदा कर दी। गुरबाणी इस तरह है, किसी नूं अर्थ नहीं भी समझ आ रहे, जीवन विच पूरी तरह नहीं प्रवृत्त होई गुरबाणी, पर फिर भी उहदे जीवन दे अंदर एक चमक पैदा कर दिंदी है। ये गल सच है। पर एक गल ये भी चेते रखो, वो चमक ते पैदा कर दिती उस भांडे दे अंदर, ठीकरे दे अंदर, पर उस ठीकरे नूं ओ घ्यो दुध जिहड़ा है बलवान नहीं जे कर सकिया।
ਉਸੇ ਤਰ੍ਹਾਂ ਜਦੋਂ ਤੱਕ ਅਸੀਂ ਬਾਣੀ ਬਾਹਰੀ ਤੌਰ 'ਤੇ ਪੜ੍ਹਦੇ ਹਾਂ, ਸਾਡੇ ਜੀਵਨ ਦੇ ਅੰਦਰ ਉਹ ਬਾਣੀ ਜਿਹੜੀ ਹੈ ਬਾਹਰੀ ਤੌਰ 'ਤੇ ਸਾਡੇ ਜੀਵਨ ਨੂੰ ਬੜਾ ਨਿਰਮਲ ਦਿਖਾਉਂਦੀ ਹੈ। ਸਾਡੇ ਮਨ ਅੰਦਰ ਸਾਡੀ ਸ਼ੋਭਾ ਜਿਹੜੀ ਹੈ ਜਗਤ ਅੰਦਰ ਵੱਧ ਜਾਂਦੀ ਹੈ, ਪਰ ਅੰਦਰ ਦਾ ਆਨੰਦ ਕੇਵਲ ਬਾਣੀ ਪੜ੍ਹ ਕੇ ਨਹੀਂ ਜੇ ਆਉਂਦਾ। ਉਹਦੀ ਉਦਾਹਰਨ ਇੱਕ ਸੌਖੀ ਜੀ ਮੈਂ ਲੈ ਲਵਾਂ। ਆ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਬਤੀਤ ਹੋਏ ਨੇ ਜਦੋਂ ਲੋਕ ਅਨਮਤ ਦੇ ਆਪਣੇ ਪਿਤਰਾਂ ਦੇ ਨਿਮਿਤ ਬਹੁਤ ਕੁਝ ਕਰਦੇ ਨੇ, ਪਰ ਬਾਣੀ ਨੂੰ ਪੜ੍ਹਨ ਵਾਲੇ ਇਹ ਗੱਲ ਹਰ ਰੋਜ਼ ਸਰਵਣ ਕਰਦੇ ਨੇ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਨੇ, ਜੇ ਮੁਹਾਕਾ ਕਰਮ ਹੈ ਘਰ ਮੋਹ ਪਿਤਰੀ ਦੇ, ਅੱਗੇ ਵਸਤ ਸਮਝਾਣੀਏ ਪਿਤਰੀ ਚੋਰ ਕਰੇ। ਤੇ ਮੇਰੇ ਮਾਲਕ ਨੇ ਸਾਫ਼ ਗੱਲ ਕਹੀ ਸੀ, ਨਾਨਕ ਅੱਗੇ ਜੋ ਸੋ ਮਿਲੇ ਜੇ ਖੱਟੇ ਕਾਲੇ ਦੇ। ਕਹਿਣ ਲੱਗੇ ਇੱਥੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਕਿ ਇੱਥੋਂ ਦਾਨ ਕੀਤਾ ਪਰਲੋਕ ਵਿੱਚ ਪਹੁੰਚਦਾ ਹੈ, ਤੇ ਫਿਰ ਇੱਥੇ ਦਾਨ ਤੇ ਚੋਰ ਵੀ ਕਰ ਦਿੰਦਾ ਹੈ ਚੋਰੀ ਕਰਕੇ। ਇੱਕ ਦਾ ਪਦਾਰਥ ਦੂਜੇ ਦੇ ਕੋਲ ਪਹੁੰਚੇਗਾ, ਉੱਥੇ ਆਪਣੇ ਪਿਤਰਾਂ ਨੂੰ ਤੁਸੀਂ ਚੋਰ ਬਣਾ ਦਿਓਗੇ। ਗੁਰਦੇਵ ਨੇ ਦ੍ਰਿਸ਼ਟਾਂਤ ਦੇ ਉੱਤੇ ਦ੍ਰਿਸ਼ਟਾਂਤ ਦੇ ਦਿੱਤਾ, ਪਰ ਅਖੀਰ ਗੁਰਦੇਵ ਨੇ ਕਿਹਾ ਨਹੀਂ, ਇੱਥੋਂ ਪਰਲੋਕ ਦੇ ਵਿੱਚ ਕੁਝ ਵੀ ਨਹੀਂ ਜੇ ਜਾਂਦਾ, ਉੱਥੇ ਜੇਕਰ ਨਾਲ ਕੁਝ ਜਾਏਗਾ ਅੱਗੇ ਜੋ ਕੁਝ ਮਿਲੇਗਾ ਉਹੀ ਜੋ ਇੱਥੇ ਤੁਸੀਂ ਖੱਟ ਲਓਗੇ, ਜੋ ਤੁਸੀਂ ਘਾਲਣਾ ਘਾਲ ਲਓਗੇ, ਜੋ ਤੁਸੀਂ ਕਿਸੇ ਦੂਜੇ ਨੂੰ ਦਾਨ ਦੇ ਦਿਓਗੇ, ਉਹੀ ਤੁਹਾਡੇ ਜੀਵਨ ਵਿੱਚ ਕੀਤੇ ਹੋਏ ਕਰਮ ਤੁਹਾਡੇ ਨਾਲ ਉੱਥੇ ਜਾਣੇ ਨੇ। ਗੁਰੂ ਕੀ ਬਾਣੀ ਸੁਣੀ ਹੈ ਅਸੀਂ ਕਿੰਨੀ ਵਾਰ ਸੁਣੀ ਹੈ। ਜੀਵਤ ਪਿਤਰ ਨ ਮਾਨੈ ਕੋ, ਮੋਏ ਸਰਾਧ ਕਰਾਹੀ, ਪਿਤਰ ਵੀ ਬਪਰੇ ਕਹੋ ਕਿਉ ਪਾਵੈ, ਕਊਆ ਕੂਕਰ ਖਾਹੀ। ਸੁਣਿਆ ਪਰ ਬਾਵਜੂਦ ਇਸ ਦੇ ਇਹ ਦੇਖਿਆ ਕਿ ਗੁਰੂ ਘਰ ਦੇ ਵਿੱਚ ਆਉਣ ਵਾਲੇ, ਗੁਰਬਾਣੀ ਨੂੰ ਰੋਜ਼ ਸੁਣਨ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਵੀ ਉਹਨਾਂ ਦੇ ਅੰਦਰ ਉਹ ਆਨੰਦ ਪੈਦਾ ਨਹੀਂ ਹੋਇਆ। ਹਾਲੇ ਵੀ ਉਹ ਡਰ ਹੈ ਕਿ ਕਿਤੇ ਪਿੱਤਰ ਭੁੱਖੇ ਨਾ ਰਹਿ ਜਾਣ, ਕਿਤੇ ਪਿੱਤਰ ਨਾਰਾਜ਼ ਨਾ ਹੋ ਜਾਣ। ਇਸ ਕਰਕੇ ਬਦਲਵੇਂ ਢੰਗ ਦੇ ਨਾਲ ਕੋਈ ਸਿੱਖਾਂ ਨੂੰ ਆਪਣੇ ਘਰ ਬੁਲਾ ਕੇ ਭੋਜਨ ਛਕਾਉਂਦਾ ਹੈ, ਕੋਈ ਭੋਜਨ ਬਣਾ ਕੇ ਗੁਰੂ ਘਰ ਦੇ ਵਿੱਚ ਲੰਗਰਾਂ ਵਿੱਚ ਦੇ ਜਾਂਦਾ ਹੈ, ਕੋਈ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਅਰਦਾਸ ਕਰਾਉਣ ਦੇ ਨਾਂ ਦੇ ਉੱਤੇ ਕਰ ਲੈਂਦਾ ਹੈ। ਕਿਸੇ ਨੂੰ ਹੋਰ ਗੱਲ ਨਾ ਸੁਝੇ ਤੇ ਸੁੱਕੀ ਰਸਦ ਲਿਆ ਕੇ ਗੁਰੂ ਘਰ ਦੇ ਵਿੱਚ ਰੱਖ ਦਿੰਦਾ ਹੈ। ਬਾਣੀ ਪੜ੍ਹ ਵੀ ਰਿਹਾ, ਸੁਣ ਵੀ ਰਿਹਾ, ਜੇ ਸਮਝਾਈਏ ਗੁਰਮੁਖੋ ਕਿਹੜੇ ਰਾਹ ਪਏ ਹੋ, ਤੇ ਕਹਿੰਦੇ ਜੀ ਕੀ ਗੱਲ ਕੀ ਕਰੀਏ, ਬੜੇ ਚਿਰ ਤੋਂ ਚੱਲਦਾ ਆਉਂਦਾ ਹੈ। ਡਰ ਹੈ ਅੰਦਰ, ਆਨੰਦ ਨਹੀਂ ਹੈ, ਕੇਵਲ ਸੁਣਨ ਦੇ ਵਿੱਚ ਆਨੰਦ ਨਹੀਂ ਹੈ। ਗੁਰਦੇਵ ਫਰਮਾਨ ਲੱਗੇ, ਜਿਨ੍ਹਾਂ ਨੇ ਇਹ ਗੁਰੂ ਕੇ ਬਚਨ ਨੂੰ ਮੰਨ ਲਿਆ, ਜਿਨ੍ਹਾਂ ਦੇ ਅੰਦਰ ਤੱਕ ਉਹ ਘਰ ਕਰ ਗਈ ਬਾਣੀ, ਉਹਨਾਂ ਦੇ ਅੰਦਰ ਆਨੰਦ ਕੈਸਾ ਪੈਦਾ ਹੋਇਆ। ਉਹ ਆਨੰਦ ਪੈਦਾ ਹੋਇਆ ਜਿਹੜਾ ਭਗਤ ਕਬੀਰ ਜੀ ਨੇ ਕਹਿ ਦਿੱਤਾ। ਆਖਣ ਲੱਗੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਣ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਨਾ ਸਾਨੂੰ ਗਿਆ ਹੋਇਆਂ ਦੀ ਚਿੰਤਾ, ਨਾ ਸਾਨੂੰ ਆਪਣੀ ਚਿੰਤਾ ਕਿ ਸਾਡਾ ਨਰਕ ਵਿੱਚ ਵਾਸਾ ਹੋਏਗਾ ਜਾਂ ਸਵਰਗ ਵਿੱਚ ਵਾਸਾ ਹੋਏਗਾ। ਸਾਨੂੰ ਤੇ ਇੰਨਾ ਕੁ ਪਤਾ ਹੈ ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਹੈ, ਤੇ ਜਦੋਂ ਗੁਰੂ ਪ੍ਰਸੰਨ ਹੋ ਗਿਆ ਫਿਰ ਸਾਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਹੈ ਮੁਥਾਜੀ। ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। चरण कमल की मौज को कह कैसे अनुमान, कहबे को शोभा नहीं देखा ही परवान, ये है आनंदो आनंद। कहन लगे अंदर ऐसा आनंद कि चिंतावां दूर हो गईयां संसार दियां, हुण नहीं किसी चीज़ की चिंता, नहीं किसी चीज़ का डर, भावें लोक परलोक है। गुरदेव फरमांदे ने वो आनंद पैदा हो गया। क्यों? क्योंकि परमेश्वर ने दर्शन दीदार दिते, गुरु ने कृपा की, हर रस का ना हर नाम रस वो हिरदे अंदर दे दिता, उन्होंने चख लिया है, इस करके आनंद हो गया। वो हर रस कैसा है? गुरदेव फरमांदे हर रस मीठा मन मह बूठा, सतगुर तोठा सहज पया। आखन लगे वो हर रस बड़ा मीठा है। किन्ना को मीठा?
ਬਾਬਾ ਫਰੀਦ ਜੀ ਨੇ ਫਿਰ ਦੁਨਿਆਵੀ ਉਦਾਹਰਨਾਂ ਦੇ ਦਿੱਤੀਆਂ। ਆਖਣ ਲੱਗੇ ਸਭ ਤੋਂ ਮਿੱਠਾ ਤੁਸੀਂ ਕਹਿੰਦੇ ਹੋ ਨਾ ਸ਼ਹਿਦ ਹੈ, ਗੁੜ ਹੈ। ਕਹਿਣ ਲੱਗੇ ਉਹ ਪਰਮਾਤਮਾ ਉਹਨਾਂ ਤੋਂ ਵੀ ਮਿੱਠਾ ਹੈ। ਹੁਣ ਉਦਾਹਰਨ ਉਸੇ ਚੀਜ਼ ਦੀ ਦਿੱਤੀ ਜਾਂਦੀ ਹੈ ਜਿਹੜਾ ਸਾਹਮਣੇ ਵਾਲਾ ਸਮਝਦਾ ਹੈ। ਬਾਬਾ ਜੀ ਫਰਮਾਉਂਦੇ ਨੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ, ਗੋਸਾਈ ਮਹਿੰਡਾ ਇਠੜਾ ਅੰਮ ਅੱਬੇ ਥਾਵੋਂ ਮਿੱਠੜਾ। ਕਹਿਣ ਲੱਗੇ ਉਹ ਪਰਮਾਤਮਾ ਇਹਨਾਂ ਸਾਰਿਆਂ ਦੇ ਨਾਲੋਂ ਜ਼ਿਆਦਾ ਮਿੱਠਾ ਹੈ। ਤੇ ਉਹਦਾ ਰਸ ਦਾ, ਹਰ ਰਸ ਦਾ ਪ੍ਰਾਪਤੀ ਕੀ ਹੈ, ਫਲ ਕੀ ਹੈ? ਪਰਮਾਤਮਾ ਮਿਲ ਗਿਆ, ਹਰ ਰਸ ਆ ਗਿਆ, ਆਨੰਦ ਆ ਗਿਆ, ਤੇ ਉਸ ਦੇ ਨਾਲ ਪ੍ਰਾਪਤ ਕੀ ਹੋਇਆ? ਤੇ ਸਤਿਗੁਰੂ ਜੀ ਫਰਮਾਉਂਦੇ ਨੇ ਪ੍ਰਾਪਤ ਇਹ ਹੋਇਆ ਕਿ ਸਤਿਗੁਰ ਤੂਠਾ ਸਹਿਜ ਭਇਆ, ਜੀਵਨ ਅੰਦਰ ਸਹਿਜ ਆ ਗਿਆ, ਉਸ ਜੀਵਨ ਦੇ ਅੰਦਰ ਸਹਿਜ ਆ ਗਿਆ। ਇਹ ਹਰ ਰਸ ਦੀ ਪ੍ਰਾਪਤੀ ਹੈ। ਜਿਸ ਦੇ ਅੰਦਰ ਸਹਿਜ ਨਹੀਂ ਹੈ ਤੇ ਇਸ ਗੱਲ ਨੂੰ ਸੱਚੀ ਜਾਣੋ ਕਿ ਉਹਦੇ ਜੀਵਨ ਦੇ ਅੰਦਰ ਗੁਰੂ ਦਾ ਵਾਸਾ ਹਾਲੇ ਨਹੀਂ ਹੋਇਆ, ਬਿਲਕੁਲ ਨਹੀਂ ਜੇ ਹੋਇਆ। ਗੁਰਦੇਵ ਦੇ ਬਚਨ ਨੇ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾ ਜੈ ਨਹੀਂ, ਤਬ ਹਰ ਆਪਹਿ ਆਪ। ਕਹਿਣ ਲੱਗੇ ਗੁਰੂ ਦੇ ਨਾਲ ਮਿਲਾਪ ਕੀਤਾ ਹੋਇਆ ਉਦੋਂ ਜਾਣੋ ਜਦੋਂ ਤੁਹਾਡੇ ਜੀਵਨ ਦੇ ਵਿੱਚੋਂ ਤ੍ਰੈ ਤਾਪ ਜਿਹੜੇ ਉਹ ਨਾਸ ਹੋ ਜਾਣ, ਤੁਹਾਡੇ ਜੀਵਨ ਦੇ ਵਿੱਚ ਹਰਖ ਹੋਵੇ, ਸੋਗ ਹੋਵੇ, ਤੁਹਾਡੇ ਹਿਰਦੇ ਨੂੰ ਉਹ ਤਪਾਵੇ ਨਾ, ਤੁਹਾਨੂੰ ਤੜਪਾਵੇ ਨਾ, ਤੁਸੀਂ ਚਿੰਤਤ ਨਾ ਹੋਵੋ, ਤੁਹਾਡੀ ਡਾਵਾਂਡੋਲ ਅਵਸਥਾ ਨਾ ਹੋਵੇ। ਉਸ ਅਵਸਥਾ ਦੇ ਵਿੱਚ ਵੀ ਸਿਰਫ ਤੇ ਸਿਰਫ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਾਣੋ। ਉਦੋਂ ਸਮਝੋ ਕਿ ਤੁਹਾਡਾ ਸਤਿਗੁਰੂ ਦੇ ਨਾਲ ਮਿਲਾਪ ਹੋ ਚੁੱਕਾ ਹੈ। ਭਾਈ ਮਨਸੁਖ ਹਜ਼ਾਰਾਂ ਮੀਲ ਦੂਰ ਸਮੁੰਦਰ ਨੂੰ ਪਾਰ ਕਰਕੇ ਸਿੰਗਲਾ ਦੀਪ ਪਹੁੰਚਦੇ ਨੇ, ਬਿਲਕੁਲ ਅਜਾਨ ਦੇਸ਼, ਕੋਈ ਸਮਝ ਨਹੀਂ, ਤੇ ਜਾ ਕੇ ਗੁਰੂ ਕਾ ਬਚਨ ਕਮਾਇਆ। ਇਕਾਦਸ਼ੀ ਦਾ ਵਰਤ ਰੱਖਣਾ ਸੀ, ਰਾਜਾ ਸ਼ਿਵਨਾਬ ਨੇ ਹੁਕਮ ਕੀਤਾ, ਉਹਨਾਂ ਨਹੀਂ ਰੱਖਿਆ। ਭੋਜਨ ਤਿਆਰ ਕੀਤਾ, ਆਵਾਜ਼ਾਂ ਦਿੱਤਾ ਗੁਰੂ ਨਾਨਕ ਦੇ ਹੁਕਮ ਦੇ ਮੁਤਾਬਿਕ ਭਾਈ ਲੰਗਰ ਛਕੋ। ਰਾਜਾ ਸ਼ਿਵਨਾਬ ਦੇ ਕੋਲ ਸ਼ਿਕਾਇਤ ਕੀਤੀ, ਬੁਲਾਇਆ ਆਪਣੇ ਕੋਲ ਰਾਜੇ ਨੇ। ਕਹਿਣ ਲੱਗੇ ਕਹਿਣ ਨੂੰ ਤੂੰ ਹਿੰਦੂ ਏ, ਪਰ ਤੂੰ ਧਰਮ ਦੀ ਮਰਿਆਦਾ ਕੋਈ ਨਹੀਂ ਰੱਖੀ। ਤੇ ਉਸ ਵੇਲੇ ਭਾਈ ਮਨਸੁਖ ਜੀ ਨੇ ਗੱਲ ਕਹੀ ਸੀ। ਆਖਣ ਲੱਗੇ ਐ ਰਾਜਨ ਵੇਖ, ਸੰਸਾਰ ਇੱਕ ਦਰਖਤ ਹੈ ਤੇ ਦਰਖਤ ਦੇ ਬਿਲਕੁਲ ਸਿਖਰ ਤੇ ਇੱਕ ਫਲ ਹੈ ਜਿਹਨੂੰ ਕਹਿੰਦੇ ਨੇ ਮੁਕਤੀ। ਤੇ ਫਲ ਪ੍ਰਾਪਤ ਕਰਨ ਦੇ ਦੋ ਤਰੀਕੇ ਨੇ, ਇੱਕ ਤਰੀਕਾ ਹੈ ਕੀੜੀ ਦਾ ਤੇ ਦੂਜਾ ਤਰੀਕਾ ਹੈ ਪੰਛੀ ਦਾ। ਕੀੜੀ ਸਹਿਜੇ ਸਹਿਜੇ ਉਸ ਦਰਖਤ ਦੇ ਸਿਖਰ ਤੇ ਫਲ ਤੱਕ ਪਹੁੰਚ ਸਕਦੀ ਹੈ, ਪਰ ਸੰਸਾ ਹੈ ਕਿ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ। ਸਮਾਂ ਕਿੰਨਾ ਕੁ ਲੱਗ ਜਾਏ, ਰੁਕਾਵਟਾਂ ਕਿੰਨੀਆਂ ਕੁ ਪੈਣ, ਕੋਈ ਨਹੀਂ ਪਤਾ। ਪਰ ਦੂਜਾ ਮਾਰਗ ਹੈ ਪੰਛੀ ਦਾ, ਉਹਦੇ ਲਈ ਚੰਦ ਕੁ ਮਿੰਟਾਂ ਦਾ ਉਹ ਸਾਰੀ ਖੇਡ ਹੈ ਤੇ ਨਿਸ਼ਚੇ ਹੈ ਉਹ ਫਲ ਨੂੰ ਪ੍ਰਾਪਤ ਕਰੇਗਾ ਹੀ ਕਰੇਗਾ। ਉਸੇ ਤਰ੍ਹਾਂ ਕਹਿਣ ਲੱਗੇ ਜਿਹੜੇ ਤੁਸੀਂ ਕਰਮ ਕਾਂਡ ਕਰ ਰਹੇ ਹੋ ਨਾ, ਨਿਸ਼ਚੇ ਇਹਦੇ ਨਾਲ ਵੀ ਮੁਕਤੀ ਫਲ ਪ੍ਰਾਪਤ ਹੋ ਸਕਦਾ ਹੈ, ਪਰ ਇਹ ਕੀੜੀ ਦਾ ਮਾਰਗ ਹੈ, ਬੜਾ ਲੰਮਾ ਮਾਰਗ ਹੈ। ਪਰ ਜਿਹੜਾ ਵਿਚਾਰ ਗੁਰੂ ਨੇ ਮੈਨੂੰ ਦੇ ਦਿੱਤੀ ਉਹ ਪੰਛੀ ਵਾਲਾ ਮਾਰਗ ਹੈ। ਤੁਸੀਂ 15 ਦਿਨਾਂ ਦੇ ਵਿੱਚ ਇੱਕ ਵਰਤ ਰੱਖਦੇ ਹੋ ਤੇ ਆਪਣੇ ਆਪ ਨੂੰ ਉਸ ਦਿਨ ਸੰਜਮ ਵਿੱਚ ਰੱਖਦੇ ਹੋ, ਤੇ ਤੁਹਾਡਾ ਇਹ ਮਨੋਰਥ ਹੈ, ਵਿਸ਼ਵਾਸ ਹੈ, ਇਸ ਤਰ੍ਹਾਂ ਪਰਮਾਤਮਾ ਰੀਝੇਗਾ, ਖੁਸ਼ ਹੋਏਗਾ। ਪਰ ਕਹਿਣ ਲੱਗੇ ਜਿਹੜੀ ਵਿਚਾਰ ਮੇਰੇ ਗੁਰੂ ਨੇ ਮੈਨੂੰ ਦੇ ਦਿੱਤੀ, ਉਸ ਵਿਚਾਰ ਦੇ ਮੁਤਾਬਿਕ ਤੇ ਸੰਤ ਜਨ ਹਰ ਰੋਜ਼ ਹੀ ਵਰਤ ਵਿੱਚ ਨੇ। ਉਹਨਾਂ ਦਾ ਖਾਣਾ ਸੰਜਮ ਦੇ ਵਿੱਚ ਹੈ, ਉਹਨਾਂ ਦਾ ਜੀਵਨ ਹਰ ਰੋਜ਼ ਸੰਜਮ ਦੇ ਵਿੱਚ ਹੈ। ਇਸ ਲਈ ਉਹਨਾਂ ਦੇ ਲਈ ਹਰ ਰੋਜ਼ ਇਕਾਦਸ਼ੀ ਹੈ, ਹਰ ਰੋਜ਼ ਵਰਤ ਹੈ। ਤੇ ਜਿਹੜੀ ਪਰਮਾਤਮਾ ਦੀ ਖੁਸ਼ੀ ਤੁਸੀਂ 15 ਦਿਨੀ ਕਰਮ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹ ਸੰਤ ਜਨ ਹਰ ਰੋਜ਼ ਕਰਕੇ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਦੇ ਨੇ। ਉਸ ਅਵਸਥਾ ਦੇ ਵਿੱਚ ਬੇਗਾਨੀ ਥਾਂ ਦੇ ਉੱਤੇ ਦੇਸ਼ ਦੇ ਮਾਲਕ ਦੇ ਸਾਹਮਣੇ ਖੜੇ ਹੋ ਕਰਕੇ ਆਪਣੇ ਗੁਰੂ ਦੀ ਗੱਲ ਨੂੰ ਬੜੀ ਨਿਰਭੈਤਾ ਦੇ ਨਾਲ ਕਹਿ ਦੇਣਾ ਤੇ ਉਸ ਗੱਲ ਦੇ ਉੱਤੇ ਅਟੁੱਟ ਵਿਸ਼ਵਾਸ ਰੱਖਣਾ, ਇਹ ਨਿਸ਼ਾਨੀ ਹੈ ਸਹਿਜ ਦੀ, ਇਹ ਨਿਸ਼ਾਨੀ ਹੈ ਗੁਰੂ ਦੇ ਨਾਲ ਮਿਲੇ ਹੋਏ ਹੋਣ ਦੀ।
ਗੁਰਦੇਵ ਜੀ ਫਰਮਾਉਂਦੇ ਨੇ, ਇਹ ਗੁਰੂ ਨੇ ਕਿਰਪਾ ਕੀਤੀ ਕਿ ਸਹਿਜ ਆ ਗਿਆ, ਗ੍ਰਹਿ ਵਸਿਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਿਆ। ਗੁਰਦੇਵ ਫਰਮਾਉਂਦੇ ਹੁਣ ਪੂਰੇ ਗੁਰੂ ਨੇ ਜਦੋਂ ਸਹਿਜ ਦੇ ਦਿੱਤਾ ਨਾ, ਤੇ ਉਹਦੀ ਇੱਕ ਪ੍ਰਾਪਤੀ ਹੋਰ ਹੋ ਗਈ, ਹਿਰਦਾ ਵਸ ਵਿੱਚ ਆ ਗਿਆ। ਗ੍ਰਹਿ ਹਿਰਦਾ ਰੂਪੀ ਘਰ, ਇਹ ਵਸ ਵਿੱਚ ਆ ਗਿਆ। ਮੰਗਲ ਗਾਇਆ, ਇਹ ਪਰਮਾਤਮਾ ਦੀ ਉਸਤਤੀ ਦੇ ਗੀਤ ਗਾਉਣ ਲੱਗ ਪਿਆ। ਤੇ ਹੋਰ ਕੀ ਮਿਲਿਆ? ਗੁਰਦੇਵ ਫਰਮਾਉਂਦੇ, ਪੰਚ ਦੁਸ਼ਟ ਓਏ ਭਾਗ ਗਿਆ। ਜਿਹੜੇ ਘਰ ਦਾ ਮਾਲਕ ਤਕੜਾ ਹੋਵੇ ਨਾ, ਉਸ ਘਰ ਦੇ ਵਿੱਚ ਫਿਰ ਕੋਈ ਬੇਗਾਨਾ ਪੈਰ ਨਹੀਂ ਪਾ ਸਕਦਾ। ਬੇਗਾਨੇ ਕਿਸੇ ਦੇ ਘਰ ਵਿੱਚ ਉਦੋਂ ਹੀ ਵੜਦੇ ਨੇ ਜਦੋਂ ਘਰ ਦਾ ਮਾਲਕ ਕਮਜ਼ੋਰ ਹੋਵੇ। ਤੇ ਇਸੇ ਕਰਕੇ ਭਗਤ ਸਾਹਿਬਾਨ ਨੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ। ਆਖਣ ਲੱਗੇ, ਦੇਹੀ ਗਾਵਾਂ ਜਿਉ ਤਰ ਬਸਤੋ, ਮਹਿ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸ੍ਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਮੇਰੇ ਮਾਲਕ, ਇਹ ਗਾਂਵ ਹੈ ਦੇਹੀ, ਇਹਦੇ ਵਿੱਚ ਪੰਜ ਚੋਰ ਵਸਦੇ ਨੇ ਤੇ ਮੈਂ ਵੀ ਵਸਦਾ। ਮੇਰਾ ਘਰ ਹੈ ਪਰ ਚਲਦੀ ਉਹਨਾਂ ਦੀ ਹੈ। ਕੀ ਨੈਣ, ਕੀ ਨੱਕ, ਕੀ ਕੰਨ, ਕੀ ਰਸਨਾ, ਕੁਝ ਵੀ ਮੇਰੇ ਕਹਿਣੇ ਦੇ ਵਿੱਚ ਨਹੀਂ ਹੈ। ਸਾਰੇ ਹੀ ਮੇਰੇ ਤੋਂ ਬਾਗੀ ਹੋਏ ਪਏ ਨੇ। ਪਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕੀਤੀ, ਮੇਰੇ ਮਾਲਕ ਜੀ, ਇਸ ਗ੍ਰਹਿ ਦੇ ਵਿੱਚ ਹੁਣ ਅਸੀਂ ਦੋਵੇਂ ਨਹੀਂ ਜੇ ਰਹਿ ਸਕਦੇ। ਮੈਂ ਤੇ ਇਹ ਪੰਜ ਜਣੇ ਇਕੱਠੇ ਨਹੀਂ ਰਹਿ ਸਕਦੇ, ਨਹੀਂ ਰਹਿ ਸਕਦੇ। ਤੇ ਇਸ ਕਰਕੇ ਬੇਨਤੀ ਹੈ ਕਿ ਸਾਡਾ ਨਿਪਟਾਰਾ ਕਰ ਦਿਓ। ਤੇ ਕਹਿਣ ਲੱਗੇ, ਜਦੋਂ ਬੇਨਤੀ ਕੀਤੀ ਨਾ, ਫਿਰ ਪ੍ਰਭ ਹਸ ਬੋਲੇ, ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇਰਾ। ਗੁਰੂ ਨੇ ਨਬੇੜਾ ਕਰ ਦਿੱਤਾ। ਕਹਿੰਦੇ, ਮਾਲਕ ਘਰ ਦਾ ਤੂੰ ਹੈ, ਇਹ ਤੇਰੇ ਨੌਕਰ ਨੇ, ਸੇਵਾ ਦੇ ਵਿੱਚ ਲੱਗਣਗੇ ਤੇਰੇ। ਜਿਸ ਮਨੁੱਖ ਨੂੰ ਇਹ ਸਮਝ ਆ ਗਿਆ ਨਾ ਕਿ ਮੈਂ ਇਸ ਘਰ ਦਾ ਮਾਲਕ, ਮੇਰਾ ਮਨ ਹੈ, ਹਿਰਦਾ ਵਸ ਵਿੱਚ ਆ ਗਿਆ। ਦੇਖੋ, ਇੰਟਰਨੈਟ ਦੇ ਉੱਤੇ ਤੁਸੀਂ ਜਦੋਂ ਕੁਝ ਸਰਚ ਕਰੋਗੇ ਨਾ, ਤੁਸੀਂ ਇੱਕ ਦੋ ਵਾਰ ਜੋ ਸਰਚ ਕਰ ਲਿਆ, ਬਾਰ-ਬਾਰ ਤੁਹਾਡੇ ਸਾਹਮਣੇ ਉਹ ਚੀਜ਼ ਆਪਣੇ ਆਪ ਆਉਂਦੀ ਰਹੇਗੀ। ਤੁਸੀਂ ਬਾਣੀ ਸਰਚ ਕਰੋਗੇ, ਬਾਣੀ ਆਏਗੀ। ਤੁਸੀਂ ਸੰਸਾਰ ਦੀ ਕੋਈ ਚੀਜ਼ ਸਰਚ ਕਰੋਗੇ, ਬਾਰ-ਬਾਰ ਉਹ ਆਏਗੀ। ਉਸੇ ਤਰ੍ਹਾਂ ਜਦੋਂ ਮਨ ਵਸ ਵਿੱਚ ਆ ਗਿਆ, ਜਦੋਂ ਮਨ ਬਾਣੀ ਸੁਣਨ ਦੇ ਲਈ ਤਿਆਰ ਹੋ ਗਿਆ, ਫਿਰ ਵਾਰ-ਵਾਰ ਤੁਹਾਡੇ ਕੰਨਾਂ ਦੇ ਵਿੱਚ ਬਾਣੀ ਹੀ ਪਏਗੀ। ਜਦੋਂ ਤੁਹਾਡੇ ਮਨ ਨੇ ਤੁਹਾਡੀਆਂ ਅੱਖਾਂ ਨੂੰ ਪ੍ਰੇਰਿਤ ਕਰ ਦਿੱਤਾ ਕਿ ਤੁਸੀਂ ਬਾਣੀ ਦੇਖਣੀ ਹੈ, ਬਾਣੀ ਪੜ੍ਹਨੀ ਹੈ, ਤੇ ਫਿਰ ਤੁਹਾਡੀਆਂ ਅੱਖਾਂ ਬਾਰ-ਬਾਰ ਬਾਣੀ ਦੀਆਂ, ਬਾਰ-ਬਾਰ ਧਰਮ ਦੀਆਂ, ਬਾਰ-ਬਾਰ ਗਿਆਨ ਦੀਆਂ ਉਹਨਾਂ ਪੁਸਤਕਾਂ ਨੂੰ, ਉਹਨਾਂ ਅੱਖਰਾਂ ਨੂੰ, ਉਹਨਾਂ ਗੁਰਮੁਖ ਪਿਆਰਿਆਂ ਨੂੰ ਲੱਭਣਗੀਆਂ ਤੇ ਉਹ ਲੱਭਣਗੇ। ਜਦੋਂ ਇਸ ਮਨ ਨੂੰ ਵਸ ਵਿੱਚ ਕਰ ਲਿਆ ਤੇ ਫਿਰ ਇਸ ਮਨ ਦੇ ਅਧੀਨ ਇਹ ਸਾਰੇ ਕਰਮ ਇੰਦਰੀ ਵਸ ਵਿੱਚ ਆ ਗਏ। ਤੇ ਫਿਰ ਇਹਨਾਂ ਕਰਮ ਇੰਦਰੀਆਂ ਦੇ ਰਾਹੀਂ ਜਿਹੜੇ ਪਹਿਲਾਂ ਅਵਗੁਣ ਪੰਜ ਦੂਤ ਆਉਂਦੇ ਸਨ, ਹੁਣ ਇਹਨਾਂ ਕਰਮ ਇੰਦਰੀਆਂ ਦੇ ਰਾਹੀਂ ਉਹ ਪੰਜ ਦੂਤ ਨਹੀਂ ਆਉਣਗੇ, ਉਹ ਛੱਡ ਕੇ ਚਲੇ ਜਾਣਗੇ ਤੇ ਸ਼ੁਭ ਗੁਣ ਇਹਨਾਂ ਪੰਜ ਇੰਦਰੀਆਂ ਦੇ ਰਾਹੀਂ ਸਾਡੇ ਹਿਰਦੇ ਘਰ ਦੇ ਅੰਦਰ ਪ੍ਰਵੇਸ਼ ਕਰਨਗੇ। ਗੁਰਦੇਵ ਫਰਮਾਉਂਦੇ, ਰਹਿਮਤ ਕੀਤੀ ਮਾਲਕ ਨੇ, ਹਿਰਦਾ ਘਰ ਵਸ ਵਿੱਚ ਆ ਗਿਆ, ਮਾਲਕ ਦੇ ਗੁਣ ਗਾਉਣ ਲੱਗ ਪਿਆ ਤੇ ਪੰਜ ਦੁਸ਼ਟ ਜਿਹੜੇ ਉਹ ਭੱਜ ਗਏ। ਸ਼ੀਤਲ ਆਘਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਆਖਣ ਲੱਗੇ, ਸ਼ੀਤਲ ਹੋ ਗਏ, ਤ੍ਰਿਪਤ ਹੋ ਗਏ, ਅੰਮ੍ਰਿਤਮਈ ਹੋ ਗਿਆ ਜੀਵਨ। ਪਰ ਕਦੋਂ? ਸਾਜਨ ਸੰਤ ਬਸੀਠਾ, ਜਦੋਂ ਗੁਰੂ ਸੰਤ ਵਿਚੋਲਾ ਬਣ ਗਿਆ। ਗੁਰੂ ਸੰਤ ਵਿਚੋਲਾ ਬਣ ਗਿਆ। ਅਸੀਂ ਇਸ ਗੱਲ ਨੂੰ ਬੜੀ ਭਲੀ ਭਾਂਤ ਜਾਣਦੇ ਹਾਂ ਕਿ ਰਿਸ਼ਤੇ ਵਿਚੋਲੇ ਦੇ ਰਾਹੀਂ ਹੁੰਦੇ ਨੇ। ਅੱਜ ਤਰੀਕਾ ਥੋੜ੍ਹਾ ਜਿਹਾ ਬਦਲ ਗਿਆ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਚੋਲਾ ਬੜਾ ਜ਼ਰੂਰੀ ਹੈ। ਤੇ ਪਰ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਇਹ ਗੱਲ ਤੋਂ ਮੁਨਕਰ ਹੋਈ ਜਾਂਦਾ ਹੈ। ਗੁਰਦੇਵ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ, ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ।
ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿਣ ਲੱਗੇ ਪਰਮਾਤਮਾ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਅੱਜ ਤੱਕ ਨਾ ਕਿਸੇ ਨੇ ਕੀਤੀ ਹੈ, ਨਾ ਹੋ ਸਕਦੀ ਹੈ। ਪਰਮਾਤਮਾ ਨੇ ਆਪਣਾ ਟਿਕਾਣਾ ਗੁਰੂ ਵਿੱਚ ਕੀਤਾ ਹੈ, ਪ੍ਰਤੱਖ ਕਰਕੇ ਸਮਝਾ ਦਿੱਤਾ ਹੈ, ਦੱਸ ਦਿੱਤਾ ਹੈ। ਬੋਲ ਅਸੀਂ ਬੜੀ ਵਾਰ ਸਰਵਣ ਕੀਤਾ ਹੈ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਚੋਲਾ ਹੈ ਗੁਰੂ, ਪਰ ਬਾਵਜੂਦ ਇਸ ਦੇ ਅੱਜ ਦੇ ਸਮੇਂ ਦੇ ਅੰਦਰ ਵੀ ਖਾਸ ਕਰਕੇ ਮੈਂ ਬੇਨਤੀ ਕਰਦੇ ਹਾਂ, ਸਿੱਖ ਗੁਰੂ ਵਿਚੋਲੇ ਨੂੰ ਵਿੱਚ ਪਾਉਣ ਦੇ ਲਈ ਤਿਆਰ ਨਹੀਂ। ਇਹ ਉਸ ਤੋਂ ਬਿਨਾਂ ਹੀ ਮਿਲਾਪ ਚਾਹੁੰਦਾ ਹੈ। ਮਨੁੱਖ ਕਹਿੰਦਾ ਮੈਂ ਬਾਣੀ ਪੜ੍ਹ ਰਿਹਾ, ਸਿੱਖ ਕਹਿੰਦਾ ਮੈਂ ਸੇਵਾ ਕਰ ਰਿਹਾ ਹਾਂ, ਸਿੱਖ ਕਹਿੰਦਾ ਮੈਂ ਸਿਮਰਨ ਕਰ ਰਿਹਾ ਹਾਂ, ਮੈਨੂੰ ਲੋੜ ਕੀ ਹੈ ਫਿਰ ਗੁਰੂ ਵਾਲਾ ਬਣਨ ਦੀ। ਪਰ ਗੁਰੂ ਕਹਿੰਦੇ ਕਦਾਚਿਤ ਨਹੀਂ, ਵਿਚੋਲੇ ਤੋਂ ਬਿਨਾਂ ਮਿਲਾਪ ਨਹੀਂ। ਜਦੋਂ ਤੱਕ ਗੁਰੂ ਵਾਲਾ ਨਹੀਂ ਨਾ ਬਣਦਾ, ਗੁਰੂ ਨੂੰ ਵਿੱਚ ਨਹੀਂ ਪਾਉਂਦਾ, ਉਦੋਂ ਤੱਕ ਪਰਮਾਤਮਾ ਦੇ ਦਰ ਦੇ ਉੱਤੇ ਢੋਈ ਨਹੀਂ। ਭਗਤ ਕਬੀਰ ਜੀ ਮਾਲਕ ਦੀ ਬੰਦਗੀ ਵਿੱਚ ਜੁੜਨ ਵਾਲੇ ਨੇ, ਸੇਵਾ ਸਿਮਰਨ ਕਰਨ ਵਾਲੇ ਨੇ, ਪਰ ਅੰਦਰ ਫੇਰ ਵੀ ਹਾਲੇ ਰਸ ਨਹੀਂ ਹੈ, ਉਹ ਖਿੜਿਆ ਨਹੀਂ ਹੈ ਅੰਦਰ। ਕਿਸੇ ਸੰਤ ਜਨ ਨੂੰ ਪੁੱਛਿਆ, ਸੰਤ ਜਨੋ ਕੀ ਕਮੀ ਹੈ ਮੇਰੇ ਜੀਵਨ ਦੇ ਅੰਦਰ? ਆਖਣ ਲੱਗੇ ਗੁਰੂ ਦੀ ਕਮੀ ਹੈ, ਗੁਰੂ ਦੀ ਕਮੀ ਹੈ। ਗੁਰੂ ਨਾਲ ਮਿਲ ਤੇ ਗੁਰੂ ਲੱਭਾ, ਪਤਾ ਲੱਗਾ ਰਾਮਾਨੰਦ ਗੁਸਾਈ ਪਰਮਾਤਮਾ ਦਾ ਪਿਆਰਾ ਹੈ। ਪਰ ਮਨ ਅੰਦਰ ਖਿਆਲ ਆਇਆ, ਆਖਣ ਲੱਗੇ ਉਹ ਬ੍ਰਾਹਮਣ ਹੈ, ਮੈਂ ਸ਼ੂਦਰ ਹਾਂ। ਹੋ ਸਕਦਾ ਹੈ ਉਹ ਨਾ ਇਸ ਤਰੀਕੇ ਦੇ ਨਾਲ ਮੈਨੂੰ ਆਪਣਾ ਸ਼ਿਸ਼ ਧਾਰਨ ਕਰਨ। ਭਾਈ ਗੁਰਦਾਸ ਜੀ ਫਰਮਾਨ ਲੱਗੇ, ਉਹਨਾਂ ਤਰੀਕਾ ਵਰਤਿਆ। ਗੰਗਾ ਤੇ ਨਹਾਵਣ ਜਦੋਂ ਰਾਮਾਨੰਦ ਜੀ ਜਾਂਦੇ ਨੇ ਨਾ, ਤੇ ਪੌੜੀਆਂ ਤੇ ਲੰਮੇ ਪੈ ਗਏ, ਰਸਤੇ ਵਿੱਚ ਲੰਮੇ ਪੈ ਗਏ ਭਗਤ ਕਬੀਰ ਜੀ। ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਕਹਿਣ ਲੱਗੇ ਲੱਤ ਵੱਜੀ, ਪੈਰ ਵੱਜਾ ਰਾਮਾਨੰਦ ਜੀ ਦਾ। ਦੇਖਿਆ ਕਿ ਕੋਈ ਸੁੱਤਾ ਪਿਆ, ਮੁਖੋਂ ਬਚਨ ਕੀਤਾ ਕਿ ਬੋਲੋ ਰਾਮ। ਭਾਈ ਉੱਠ, ਅੰਮ੍ਰਿਤ ਵੇਲਾ ਹੋਇਆ, ਰਾਮ ਬੋਲ। ਇਹ ਸਿੱਖਿਆ ਦੇ ਦਿੱਤੀ। ਤੇ ਹੋਇਆ ਕਿ ਆਖਣ ਲੱਗੇ ਭਾਈ ਗੁਰਦਾਸ ਜੀ, ਜਿਵੇਂ ਕਿ ਇੱਕ ਲੋਹਾ ਪਾਰਸ ਨੂੰ ਛੂਹ ਜਾਂਦਾ ਹੈ ਤੇ ਉਹ ਸੋਨਾ ਬਣ ਜਾਂਦਾ ਹੈ, ਇੱਕ ਨਿੰਮ ਚੰਦਨ ਦੀ ਸੰਗਤ ਵਿੱਚ ਆ ਕੇ ਖੁਸ਼ਬੂਦਾਰ ਹੋ ਜਾਂਦੀ ਹੈ, ਉਸੇ ਤਰ੍ਹਾਂ ਗੁਰੂ ਅਤੇ ਸਿੱਖ ਦਾ ਮਿਲਾਪ ਹੈ। ਹੁਣ ਇਹਦੇ ਵਿੱਚ ਬੜੀ ਵੱਡੀ ਇਹ ਵੀ ਇੱਕ ਵਡਿਆਈ ਹੈ ਜੀ, ਕਿ ਦੇਖੋ ਪਰਮਾਤਮਾ ਦੀ ਕਿਰਪਾ ਦੇ ਸਦਕਾ ਗੁਰੂ ਪੂਰਾ ਹੋਵੇ, ਸਿੱਖ ਦੇ ਅੰਦਰ ਤਾਂਘ ਹੋਵੇ, ਤੇ ਉਹਦਾ ਕੇਵਲ ਗੁਰੂ ਦਾ ਮਿਲਾਪ ਹੀ ਅੰਦਰ ਨੂੰ ਆਨੰਦਿਤ ਕਰ ਦਿੰਦਾ ਹੈ, ਪ੍ਰਕਾਸ਼ਮਾਨ ਕਰ ਦਿੰਦਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਇੱਕ ਦੀਵੇ ਦੇ ਵਿੱਚ ਤੇਲ ਵੀ ਹੈ, ਬੱਤੀ ਵੀ ਹੈ, ਪਰ ਉਹਦੇ ਵਿੱਚ ਅਗਨ ਨਹੀਂ। ਜੇਕਰ ਦੂਜਾ ਜਗਦਾ ਹੋਇਆ ਦੀਵਾ ਉਹਦੇ ਨੇੜੇ ਹੋ ਜਾਏ, ਉਹ ਉਸੇ ਵੇਲੇ ਜਗ ਪੈਂਦਾ ਹੈ। ਉਸੇ ਤਰ੍ਹਾਂ ਜਿਹਦੇ ਹਿਰਦੇ ਦੇ ਅੰਦਰ ਧਰਮ ਦਾ ਅੰਸ਼ ਹੈ, ਪ੍ਰੇਮ ਹੈ, ਵੈਰਾਗ ਹੈ, ਉਹਨੂੰ ਕੇਵਲ ਪੂਰੇ ਗੁਰੂ ਦੀ ਥੋੜੀ ਜੀ ਛੋਹ ਪ੍ਰਾਪਤੀ ਚਾਹੀਦੀ ਹੁੰਦੀ ਹੈ, ਉਹ ਉਦੋਂ ਹੀ ਜਗ ਪੈਂਦਾ ਹੈ। ਗੁਰਦੇਵ ਫਰਮਾਉਂਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। हे ਨਾਨਕ, ਹਰੀ ਪਰਮਾਤਮਾ ਦੇ ਵਿੱਚ ਮਨ ਮੰਨ ਗਿਆ, ਇਸ ਕਰਕੇ ਉਸ ਪ੍ਰਭੂ ਦੇ ਦਰਸ਼ਨ ਦਿਦਾਰੇ ਨੈਣਾ ਦੇ ਨਾਲ ਹੋ ਗਏ। ਤੇ ਗੁਰਦੇਵ ਫਰਮਾਉਂਦੇ, ਫੇਰ ਕਿਰਪਾ ਕੀ ਹੋਈ, ਸੋ ਹਿਆੜੇ ਸੋ ਹਿਆੜੇ ਮੇਰੇ ਬੰਕ ਦੁਆਰੇ ਰਾਮ। ਪਾਹੋ ਨੜੇ ਮੇਰੇ ਸੰਤ ਪਿਆਰੇ ਰਾਮ। ਮੇਰੇ ਹਿਰਦੇ ਘਰ ਦੇ ਵਿੱਚ ਸੰਤ ਜਨ ਪਰਮਾਤਮਾ ਦੇ ਪਿਆਰੇ ਪ੍ਰਾਹੁਣੇ ਬਣ ਕੇ ਆ ਗਏ। ਤੇ ਉਹਦੇ ਨਾਲ ਕੀ ਹੋਇਆ, ਕਹਿਣ ਲੱਗੇ ਮੇਰੇ ਜਿਹੜੇ ਇੰਦਰੇ ਨੇ ਨਾ, ਉਹ ਬੜੇ ਸੋਹਣੇ ਬਣ ਗਏ। ਬੰਕ ਸੋਹਣੇ, ਸੋਹਿਆੜੇ ਸੋਹਣੇ, ਦੁਆਰੇ ਇਹ ਇੰਦਰੇ ਕਹਿਣ ਲੱਗੇ ਬੜੇ ਸੋਹਣੇ ਬਣ ਗਏ। ਇਹਦੇ ਸੋਹਣੇ ਕਿਵੇਂ ਬਣੇ ਜੀ? ਕਿ ਪਹਿਲਾਂ ਅੱਖਾਂ ਸੋਹਣੀਆਂ ਨਹੀਂ ਸਨ, ਪਹਿਲਾਂ ਕੰਨ ਸੋਹਣੇ ਨਹੀਂ ਸਨ? ਨਹੀਂ, ਸਰੀਰ ਕਰਕੇ ਕੋਈ ਬਦਲਾਅ ਨਹੀਂ ਆਉਂਦਾ। ਜਦੋਂ ਧਰਮ ਵਾਲੇ ਪਾਸੇ ਨਾ ਮਨੁੱਖ ਹੋਵੇ, ਇਹਦੀਆਂ ਅੱਖਾਂ ਦੇ ਵਿੱਚੋਂ ਲੋਭ ਲਾਲਚ, ਇਹਦੀਆਂ ਅੱਖਾਂ ਦੇ ਵਿੱਚੋਂ ਕੁਦਇਆ, ਇਹਦੀਆਂ ਅੱਖਾਂ ਦੇ ਵਿੱਚੋਂ ਵਿਕਾਰ ਸਾਫ਼ ਝਲਕਦਾ ਹੈ। ਤੇ ਜਿਹੜਾ ਬੰਦਾ ਸਿਆਣਾ ਹੈ ਨਾ, ਉਹਦੀਆਂ ਅੱਖਾਂ ਦੇਖ ਕੇ ਸਮਝ ਜਾਂਦਾ ਹੈ ਕਿ ਇਹਦੇ ਲਾਗੇ ਜਾਣ ਦਾ ਫਾਇਦਾ ਨਹੀਂ ਹੈ। ਜਿਹੜਾ ਮਨੁੱਖ ਅਧਰਮੀ ਹੈ, ਜਿਹੜਾ ਮਨੁੱਖ ਆਮ ਦੁਨੀਆ ਦੇ ਵਿੱਚ ਵਿਚਰਨ ਵਾਲਾ, ਉਹਦੇ ਕੰਨ ਵਿੱਚ ਕਿਸੇ ਦੀ ਕੋਈ ਗੱਲ ਪੈ ਜਾਏ, ਉਹ ਚਾਰ ਲੋਕਾਂ ਨੂੰ ਜਾ ਕੇ ਦੱਸਦਾ ਹੈ। ਤੇ ਸਿਆਣੇ ਪੁਰਖ ਕਹਿੰਦੇ ਨੇ, ਕੰਨ ਬਚਾ ਕੇ ਗੱਲ ਕਰੀ ਇਹਦੇ ਕੋਲੋਂ, ਇਹਦੇ ਕੰਨੀ ਤੇਰੇ ਦੁੱਖ ਦੀ, ਤੇਰੇ ਪਰਦੇ ਦੀ ਕੋਈ ਗੱਲ ਨਾ ਪੈ ਜਾਏ। ਉਹਦੇ ਕੰਨ ਵੀ ਦੁਖਦਾਈ, ਉਹਦੇ ਕੰਨ ਵੀ ਬੜੇ ਹੀ ਅਸ਼ੋਭਨੀਕ ਹੋ ਜਾਂਦੇ ਨੇ।
ਪਰ ਜਦੋਂ ਕੋਈ ਧਰਮ ਵਾਲੇ ਪਾਸੇ ਨੂੰ ਤੁਰਦਾ ਹੈ ਨਾ, ਫਿਰ ਉਹਦੀਆਂ ਅੱਖਾਂ ਬਦਲ ਜਾਂਦੀਆਂ ਨੇ। ਉਹਦੀਆਂ ਅੱਖਾਂ ਦੇ ਵਿੱਚ ਫਿਰ ਦੂਜਿਆਂ ਦੇ ਪ੍ਰਤੀ ਦਇਆ ਆ ਜਾਂਦੀ ਹੈ, ਦੂਜਿਆਂ ਦੇ ਪ੍ਰਤੀ ਪ੍ਰੇਮ ਆਉਂਦਾ ਹੈ, ਦੂਜਿਆਂ ਦੇ ਪ੍ਰਤੀ ਵਿਚਾਰ ਦੀ ਥਾਂ ਦੇ ਉੱਤੇ ਸਤਿਕਾਰ ਆ ਜਾਂਦਾ ਹੈ। ਲੋਕ ਉਹਦੀਆਂ ਅੱਖਾਂ ਦੇਖ ਕੇ ਹੀ ਖੁਸ਼ ਹੋ ਜਾਂਦੇ ਨੇ, ਸੋਹਣੇ ਬਣ ਜਾਂਦੇ। ਉਹਦੇ ਕੰਨ ਬੜੇ ਸ਼ੋਭਨੀਕ ਹੋ ਜਾਂਦੇ ਨੇ। ਲੋਕ ਕਹਿੰਦੇ ਇਹਨੂੰ ਆਪਣਾ ਦੁੱਖ ਦੱਸ ਦੇ, ਤੇਰੇ ਦੁੱਖ ਤੇ ਪਰਦਾ ਪਾ ਕੇ ਤੇਰੇ ਦੁੱਖ ਦਾ ਹੱਲ ਦੇਏਗਾ। ਉਹਦੇ ਕੰਨ ਸ਼ੋਭਨੀਕ ਹੋ ਜਾਂਦੇ ਨੇ, ਉਹਦੀ ਰਸਨਾ ਸ਼ੋਭਨੀਕ ਹੋ ਜਾਂਦੀ ਹੈ। ਕਹਿਣਗੇ ਇਹਦੇ ਕੋਲ ਬੈਠ ਕੇ 4 ਗੱਲਾਂ ਸੁਣ ਲੈ, ਧਰਮ ਦੀ ਗੱਲ ਦੱਸੇਗਾ, ਸਹੀ ਗੱਲ ਦੱਸੇਗਾ, ਤੇਰੇ ਜੀਵਨ ਦੇ ਵਿੱਚੋਂ ਦੁੱਖ ਦੂਰ ਹੋਵੇਗਾ। ਰਸਨਾ ਸ਼ੋਭਨੀਕ ਹੋ ਗਈ। ਉਹਦੇ ਸਪਰਸ਼, ਉਹਦੇ ਹੱਥ ਬੜੇ ਪਵਿੱਤਰ ਹੋ ਜਾਂਦੇ ਨੇ। ਲੋਕ ਸਮਝਦੇ ਨੇ ਇਹ ਸਿਆਣਾ ਪੁਰਸ਼, ਉਹਦੇ ਕੋਲੋਂ ਕਹਿੰਦੇ ਨੇ ਮੇਰੇ ਸੀਸ ਤੇ ਹੱਥ ਰੱਖ ਦਿਓ, ਆਸ਼ੀਰਵਾਦ ਦੇ ਦਿਓ। ਕਰਮ ਇੰਦਰੇ ਜਾਂ ਸਰੀਰਕ ਇੰਦਰੇ ਉਹੀ ਨੇ, ਪਰ ਸ਼ੋਭਨੀਕ ਹੋ ਜਾਂਦੇ ਨੇ ਜਦੋਂ ਸੰਤ ਜਨ ਪਿਆਰੇ ਹਿਰਦੇ ਘਰ ਵਿੱਚ ਆ ਕੇ ਵਸ ਜਾਂਦੇ ਨੇ। ਸੰਤ ਪਿਆਰੇ ਕਾਰਜ ਸਾਰੇ, ਨਮਸਕਾਰ ਕਰ ਲੱਗੇ ਸੇਵਾ। ਆਪੇ ਜਾਂਝੀ ਆਪੇ ਮਾਂਝੀ, ਆਪ ਸੁਆਮੀ ਆਪ ਦੇਵਾ। ਕਹਿਣ ਲੱਗੇ ਜਦੋਂ ਸੰਤ ਜਨ ਹਿਰਦੇ ਘਰ ਵਿੱਚ ਆ ਕੇ ਟਿਕ ਗਏ ਨਾ, ਫਿਰ ਸਾਰੇ ਜਿਹੜੇ ਇੰਦਰੇ ਨੇ ਉਸ ਗੁਰੂ ਨੂੰ ਨਮਸਕਾਰ ਕਰਕੇ ਤੇ ਉਹਦੇ ਦੱਸੇ ਮਾਰਗ ਦੇ ਮੁਤਾਬਿਕ ਸੇਵਾ ਕਰਨ ਲੱਗ ਪਏ। ਗੁਰੂ ਦੀ ਤੇ ਲੋਕਾਈ ਦੀ, ਗੁਰਸਿੱਖਾਂ ਦੀ ਸੇਵਾ ਗੁਰੂ ਦੀ ਸੇਵਾ ਬਣ ਜਾਂਦੀ ਹੈ। ਗੁਰਦੇਵ ਫਰਮਾਉਂਦੇ ਉਹ ਆਪ ਹੀ ਜਾਂਝੀ ਹੈ ਤੇ ਆਪ ਹੀ ਮਾਂਝੀ ਹੈ। ਜਾਂਝੀ ਮਤਲਬ ਆਇਆ ਹੋਇਆ, ਮਾਂਝੀ ਮਤਲਬ ਜਿਹੜੇ ਸੇਵਾ ਕਰ ਰਹੇ ਨੇ। ਜਗਿਆਸੂ ਵੀ ਪਰਮਾਤਮਾ ਆਪ ਹੀ ਹੈ ਤੇ ਜਗਿਆਸਾ ਦੂਰ ਕਰਨ ਵਾਲਾ ਵੀ ਆਪ ਹੀ ਹੈ। ਇਸ ਤਰ੍ਹਾਂ ਜਿਵੇਂ ਭਾਈ ਲਹਿਣਾ ਤੇ ਗੁਰੂ ਨਾਨਕ ਨੇ, ਜਗਿਆਸਾ ਲੈ ਕਰਕੇ ਭਾਈ ਲਹਿਣਾ ਆ ਰਹੇ ਨੇ, ਉਹ ਵੀ ਗੁਰੂ ਨਾਨਕ ਹੀ ਹੈ। ਜਗਿਆਸਾ ਦੂਰ ਕਰਨ ਦੇ ਲਈ ਅੱਗੇ ਹੋ ਕੇ ਉਹਨੂੰ ਲੈਣ ਜਾ ਰਹੇ ਨੇ ਗੁਰੂ ਨਾਨਕ, ਉਹ ਵੀ ਉਹੀ ਹੈ। ਕਾਰਜ ਦੋਵਾਂ ਦਾ ਇੱਕੋ ਹੀ, ਜਗਿਆਸੂ ਵੀ ਉਹੀ ਤੇ ਜਗਿਆਸਾ ਦੂਰ ਕਰਨ ਵਾਲਾ ਵੀ ਉਹੀ, ਸੇਵਾ ਕਰਨ ਵਾਲਾ ਭਾਈ ਲਹਿਣਾ ਵੀ ਉਹੀ ਤੇ ਅਖੀਰ ਸੇਵਾ ਕਰਵਾ ਕੇ ਗੁਰੂ ਨਾਨਕ ਦੇਵ ਮਹਾਰਾਜ ਸੇਵਾ ਕਰਵਾਉਣ ਵਾਲੇ ਵੀ ਉਹੀ ਤੇ ਅਖੀਰ ਲਹਿਣੇ ਨੂੰ ਗੁਰੂ ਨਾਨਕ ਬਣਾ ਕੇ ਰਹਿੰਦੇ ਦਿਨੀ ਉਹਨਾਂ ਦੀ ਸੇਵਾ ਦੇ ਵਿੱਚ ਫੇਰ ਦੁਬਾਰਾ ਲੱਗਣ ਵਾਲੇ ਨਾਨਕ ਫੇਰ ਉਹੀ। ਗੁਰਦੇਵ ਫਰਮਾਉਂਦੇ ਸਾਰੇ ਪਾਸੇ ਉਹ ਪ੍ਰਮਾਤਮਾ, ਉਹ ਪਿਆਰਾ ਪ੍ਰਭੂ ਜੀ ਆਪ ਹੀ ਹੈ। ਆਪ ਸੁਆਮੀ ਆਪ ਦੇਵਾ, ਹਿਰਦੇ ਘਰ ਦਾ ਮਾਲਕ ਵੀ ਉਹੀ ਹੈ ਤੇ ਜਿਸ ਦੇ ਨਾਲ ਜੁੜਨਾ ਪਰਮਾਤਮਾ ਸਵਰੂਪ ਦੇਵਤਾ ਵੀ ਉਹੀ ਹੈ। ਆਪਣਾ ਕਾਰਜ ਆਪ ਸਵਾਰੇ, ਆਪੇ ਤਾਰਨ ਤਾਰੇ। ਕਹੋ ਨਾਨਕ ਸੋ ਘਰ ਮੈਂ ਬੈਠਾ, ਸੋਹੇ ਬੰਕ ਦਵਾਰੇ। ਪਰਮਾਤਮਾ ਦੇ ਨਾਲ ਮਿਲਾਪ ਦਾ ਕਾਰਜ ਵੀ ਪਰਮਾਤਮਾ ਦਾ ਆਪਣਾ ਹੈ, ਇਸ ਕਰਕੇ ਇਹ ਕਾਰਜ ਉਹ ਆਪ ਹੀ ਸਵਾਰਦਾ ਹੈ। ਗੁਰਦੇਵ ਫਰਮਾਉਂਦੇ ਨੇ ਨਾ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਤੇ ਗੁਣ ਤੇਰੇ ਦਿੱਤੇ ਹੋਏ ਨੇ, ਤੂੰ ਹੀ ਦਿੰਦਾ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕਿਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤੇਰਾ ਕਾਰਜ ਸੀ ਮੇਰੇ ਮਾਲਕ, ਤੂੰ ਮੈਨੂੰ ਇੰਨੇ ਜੋਗਾ ਕਰ ਦਿੱਤਾ, ਤੇਰੇ ਦੁਆਰੇ ਤੇ ਆਇਆ, ਤੇਰੇ ਗੁਣ ਗਾਏ, ਤੇਰੇ ਲਾਗੇ ਹੋ ਗਿਆ। ਗੁਰਦੇਵ ਫਰਮਾਉਂਦੇ ਕਹੋ ਨਾਨਕ ਸੋ ਘਰ ਮੈਂ ਬੈਠਾ, ਸੋਹੇ ਬੰਕ ਦੁਆਰੇ ਹੈ ਨਾਨਕ। ਉਹ ਪਰਮਾਤਮਾ ਇਸ ਹਿਰਦੇ ਘਰ ਵਿੱਚ ਆ ਕੇ ਬੈਠ ਗਿਆ, ਜਿਹਦੀ ਕਿਰਪਾ ਦੇ ਸਦਕਾ ਮੇਰੇ ਸਾਰੇ ਕਰਮ ਇੰਦਰੇ ਜਿਹੜੇ ਨੇ ਉਹ ਸ਼ੋਭਨੀਕ ਹੋ ਗਏ, ਗਿਆਨ ਇੰਦਰੇ ਸ਼ੋਭਨੀਕ ਹੋ ਗਏ ਨੇ। ਇਹ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਸੰਖੇਪ ਜਿਹੀ ਵਿਚਾਰ ਤੁਛ ਮਤ ਮੁਤਾਬਕ ਕੀਤੀ ਪ੍ਰਵਾਨ ਕਰਨੀ। ਬਹੁਤ ਬਹੁਤ ਧੰਨਵਾਦ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਜੀ ਅਸੰਧ, ਜਥੇਦਾਰ ਗਿਆਨੀ ਬਲਜੀਤ ਸਿੰਘ ਜੀ ਦਾਦੂਵਾਲ, ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਕਮੇਟੀ ਅਤੇ ਗਿਆਨੀ ਜਗਜੀਤ ਸਿੰਘ ਜੀ ਬੜੇ ਹੀ ਪਿਆਰ ਦੇ ਨਾਲ ਜੋ ਇਸ ਅਸਥਾਨ ਦੀ ਸੇਵਾ ਮੇਰੇ ਮਾਲਕ ਨੇ ਜੋ ਬਖਸ਼ੀ ਹੈ ਉਹ ਨਿਭਾਉਂਦੇ ਨੇ। ਤੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪ ਸੰਗਤ ਦੇ ਦਰਸ਼ਨ ਦਿਦਾਰੇ ਹੋਏ ਨੇ ਜੀ। ਇਤਨੇ ਕੁ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।